हाँ जी। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਗ ਵਿਵਾਸ ਪ੍ਰਭਾਤੀ ਬਾਣੀ ਭਗਤ ਕਬੀਰ ਸਾਹਿਬ ਜੀਓ ਕੀ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਅਵਲ ਅੱਲ੍ਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਬਾਣੀ ਜੋ ਕਬੀਰ ਸਾਹਿਬ ਜੀ ਮਹਾਰਾਜ ਜੀ ਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੇ ਸੰਤਾਂ ਮਹਾਤਮਾ ਦੀ ਬਾਣੀ ਹੈ, ਕਿਉਂਕਿ ਚਾਹੇ ਉਹ ਅਲੱਗ-ਅਲੱਗ ਟਾਈਮ ਦੇ ਉੱਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਉਹਨਾਂ ਨੇ ਜਨਮ ਲਿਆ, ਹੋ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਭਾਸ਼ਾ ਜਿਹੜੀ ਹੈ ਉਹ ਵੀ ਵੱਖਰੀ ਵੱਖਰੀ ਹੋਵੇ, ਪਰ ਲੇਕਿਨ ਮਤਲਬ ਸਾਰਿਆਂ ਦਾ ਹੀ ਜਿਹੜਾ ਇੱਕੋ ਹੀ ਹੈ, ਕਿਉਂਕਿ ਇੱਕ ਹੀ ਸੰਦੇਸ਼ ਹੈ ਸਾਰਿਆਂ ਦਾ। ਤਾਂ ਕਰਕੇ ਹੀ ਸਤਿਗੁਰਾਂ ਨੇ ਬਾਣੀ ਇਕੱਠੀ ਕਰਕੇ ਸਾਰੇ ਮਹਾਤਮਾ ਦੀ ਇੱਕ ਜਗ੍ਹਾ ਜਿਹੜੀ ਸੀ ਉਹ ਇਕੱਤਰ ਕਰ ਦਿੱਤੀ। ਚਾਹੇ ਉਹ ਕਿਸੇ ਵੀ ਟਾਈਮ ਦੇ ਉੱਤੇ ਮਹਾਤਮਾ ਹੋਏ, ਲੇਕਿਨ ਜੋ ਉਹਨਾਂ ਨੇ ਸੰਦੇਸ਼ ਦਿੱਤਾ ਉਹ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਉਹ ਅੱਗੇ ਵੀ ਸੱਚ ਹੀ ਰਹਿਣਾ ਹੈ। ਜਿਸ ਤਰ੍ਹਾਂ ਸਤਿਗੁਰਾਂ ਨੇ ਫਰਮਾਇਆ ਕਿ ਆਦਿ ਸੱਚ ਜੁਗਾਦ ਸੱਚ, ਨਾਨਕ ਹੈ ਹੋ ਵੀ ਸੱਚ, ਨਾਨਕ ਹੈਸੀ ਵੀ ਸੱਚ, ਹੋਸੀ ਵੀ ਸੱਚ। ਹੁਣ ਵੀ ਉਹ ਸੱਚ ਹੈ, ਗਾਂਹ ਵੀ ਉਹਨੇ ਸੱਚ ਹੀ ਰਹਿਣਾ ਹੈ। ਲੇਕਿਨ ਜਦੋਂ ਸਾਨੂੰ ਵਿਸ਼ਵਾਸ ਹੋ ਗਿਆ, ਭਰੋਸਾ ਹੋ ਗਿਆ, ਤੇ ਫਿਰ ਗੱਲ ਜਿਹੜੀ ਬਣੇਗੀ। ਜਦੋਂ ਤੱਕ ਸਾਨੂੰ ਭਰੋਸਾ ਨਹੀਂ ਹੁੰਦਾ, ਉਦੋਂ ਤੱਕ ਅਸੀਂ ਜਿੱਥੇ ਮਰਜ਼ੀ ਅਸੀਂ ਚਲੇ ਜਾਈਏ, ਜਿੱਥੇ ਮਰਜ਼ੀ ਅਸੀਂ ਸਿਰ ਨਵਾਈਏ, ਆਪਣੇ ਆਪ ਨੂੰ ਜੋ ਮਰਜ਼ੀ ਕਹੀਏ, ਪਰ ਉਦੋਂ ਤੱਕ ਸਾਨੂੰ ਭੇਤ ਕੋਈ ਨਹੀਂ ਲੱਗਦਾ। ਜਦੋਂ ਅਸੀਂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਆਵਾਂਗੇ, ਉਹਨਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਸ ਹਿਰਦੇ ਦੇ ਵਿੱਚ ਉਹ ਪਰਮਾਤਮਾ ਆ ਬੈਠਾ ਹੈ, ਤੇ ਉਦੋਂ ਸਾਨੂੰ ਪਤਾ ਚੱਲੇਗਾ ਕਿ ਸਤਿਗੁਰ ਸਾਨੂੰ ਕੀ ਕਹਿ ਰਹੇ ਨੇ, ਕੀ ਦੱਸਣ, ਕੀ ਕਿਹੜਾ ਭੇਦ ਦੱਸ ਰਹੇ ਨੇ। ਕਿਉਂਕਿ ਇਸ ਸੰਸਾਰ ਦੇ ਵਿੱਚ ਜਦੋਂ ਤੋਂ ਹੀ ਅਸੀਂ ਇਤਿਹਾਸ ਪੜ੍ਹ ਰਹੇ ਹਾਂ ਜਾਂ ਸੁਣ ਰਹੇ ਹਾਂ, ਉਦੋਂ ਤੋਂ ਹੀ ਸੰਤ ਮਹਾਤਮਾ ਵੀ ਬਹੁਤ ਆਏ, ਉਹਨਾਂ ਨੇ ਆਪਣਾ ਸੰਦੇਸ਼ ਵੀ ਦਿੱਤਾ, ਔਰ ਬੜੇ ਰਾਜੇ ਮਹਾਰਾਜੇ, ਕਈ ਕੌਮਾਂ ਜਿਹੜੀਆਂ ਅਸੀਂ ਲੜਾਈ ਝਗੜੇ ਦੇ ਵਿੱਚ ਪੈ ਕੇ ਆਪਣਾ ਜਿਹੜਾ ਜੀਵਨ ਜਿਹੜਾ ਸਾਰਾ ਨਸ਼ਟ ਵੀ ਕੀਤਾ। ਲੜਾਈਆਂ ਝਗੜੇ ਵੀ ਹੁੰਦੇ ਰਹੇ। ਕਾਹਦੇ ਤੇ? ਸਭ ਤੋਂ ਜ਼ਿਆਦਾ ਝਗੜੇ ਜਿਹੜੇ ਨੇ ਉਹ ਧਰਮ ਦੇ ਨਾਂ 'ਤੇ ਹੋਏ ਨੇ, ਸਭ ਤੋਂ ਜ਼ਿਆਦਾ ਝਗੜੇ। ਕੋਈ ਹਿੰਦੂ ਜਿਹੜੇ ਸੀ ਉਹ ਆਪਣੇ ਕਿ ਸਭ ਨੂੰ ਕਰਕੇ ਕਿ ਸਭ ਨੂੰ ਹਿੰਦੂ ਬਣਾ ਦਈਏ, ਮੁਸਲਮਾਨਾਂ ਨੇ ਕਿਹਾ ਸਭ ਨੂੰ ਮੁਸਲਮਾਨ ਬਣਾ ਦਈਏ। ਅਲੱਗ ਅਲੱਗ ਧਰਮ ਨੇ ਹਰ ਇੱਕ ਦੇ ਅੰਦਰ ਇੱਕੋ ਹੀ ਚੀਜ਼ ਕਿ ਅਸੀਂ ਸਭ ਇੱਕੋ ਹੀ ਕਰ ਦਈਏ। ਲੇਕਿਨ ਜਦੋਂ ਪਹਿਲਾਂ ਹੈ ਹੀ ਇੱਕੋ ਹੀ, ਉਹਨੂੰ ਕੋਈ ਇੱਕ ਕੀ ਕਰ ਸਕਦਾ ਹੈ? ਜੇ ਪਾਣੀ ਦੇ ਵਿੱਚੋਂ ਕਿਸੇ ਨੂੰ ਕਿਹਾ ਜਾਵੇ ਪਾਣੀ ਕੱਢ ਦੇਵੋ, ਦੁੱਧ ਦੇ ਵਿੱਚੋਂ ਦੁੱਧ ਕੱਢ ਦੇਵੋ, ਤੇ ਉਹ ਕੀ ਕੱਢੇਗਾ ਵਿੱਚੋਂ? ਕੀ ਰਹੇਗਾ? ਬਾਕੀ ਕੀ ਰਹੇਗਾ? ਹੁਣ ਸਤਿਗੁਰ ਜੋ ਭੇਦ ਬਖਸ਼ ਰਹੇ ਨੇ ਉਹ ਬਹੁਤ ਹੀ ਸਾਫ਼ ਹੈ, ਬਹੁਤ ਹੀ ਵਧੀਆ ਹੈ। ਜੇ ਸਮਝ ਆ ਜਾਵੇ ਤੇ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਂਦੀਆਂ, ਸਾਰੇ ਝਗੜੇ ਖਤਮ ਹੋ ਜਾਂਦੇ ਨੇ ਸਭ ਸੰਸਾਰ ਦੇ। ਕਈ ਵਾਰ ਦੱਸਿਆ ਹੈ ਕਿ ਇਕੱਲਾ ਇੱਕ ਜਗ੍ਹਾ ਨਹੀਂ, ਕਿਸੇ ਵੀ ਜਗ੍ਹਾ ਚਲੇ ਜਾਈਏ। ਜਿਸ ਤਰ੍ਹਾਂ ਸਵਾਮੀ ਜੀ ਨੇ ਫਰਮਾਇਆ ਕਿ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ।
ਹੁਣ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨਿਆਂ ਮਹਾਤਮਾ ਦੀ ਬਾਣੀ ਹੈ। ਕੋਈ ਕਵੇ ਕਿ ਮੈਂ ਜੀ ਪਹਿਲੇ ਪਾਤਸ਼ਾਹ ਨੂੰ ਮੰਨਦਾ ਹੈ, ਕੋਈ ਕਵੇ ਮੈਂ ਦੂਸਰੇ ਨੂੰ ਮੰਨਦਾ ਹੈ, ਕੋਈ ਕਵੇ ਮੈਂ ਪੰਜਵੇਂ ਪਾਤਸ਼ਾਹ ਨੂੰ ਮੰਨਦਾ ਹੈ, ਕੋਈ ਕਵੇ ਮੈਂ ਕਬੀਰ ਸਾਹਿਬ ਨੂੰ ਮੰਨਦਾ ਹੈ, ਕੋਈ ਕਵੇ ਮੈਂ ਰਵਿਦਾਸ ਜੀ ਨੂੰ ਮੰਨਦਾ ਹੈ। ਬਈ ਬਾਹਰੋਂ ਮੰਨਣ ਦਾ ਕੀ ਹੋਇਆ? ਮੱਥਾ ਤਾਂ ਜਿਹਦੇ ਮਰਜ਼ੀ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਮੱਥੇ ਬਦਲਦੇ ਰਹਿੰਦੇ ਨੇ, ਪਰ ਜਦੋਂ ਹੈ ਹੀ ਉਹਨਾਂ ਨੇ ਇੱਕ ਜਗ੍ਹਾ ਸਾਰੀ ਬਾਣੀ ਇਕੱਠੀ ਕਰਨ ਦਾ ਮਤਲਬ ਕੀ ਸੀ? ਕਿ ਸਾਨੂੰ ਪਤਾ ਲੱਗ ਜਾਵੇ ਕਿ ਉਹ ਵੱਖਰੇ ਵੱਖਰੇ ਨਹੀਂ ਹੈ, ਉਹ ਇੱਕ ਹੀ ਸੰਦੇਸ਼ ਹੈ ਉਹਨਾਂ ਦਾ ਸਾਰਿਆਂ ਦਾ। ਇਸ ਕਰਕੇ ਉਹਨਾਂ ਨੇ ਸਾਰਾ ਜੋ ਉਹਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਤਾਂ ਸਮਝ ਲੱਗਦੀ ਏ ਕਿ ਨਹੀਂ ਬਈ ਕੋਈ ਲੜਾਈ ਝਗੜੇ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ। ਇਹ ਸਾਡੇ ਮਨ ਦੇ ਹੀ ਸਭ ਖਿਆਲ ਨੇ। ਇੱਥੇ ਇੱਕ ਇਨਸਾਨ ਹੀ ਪੈਦਾ ਹੋਇਆ, ਇੱਕ ਹੀ ਤਰੀਕੇ ਨਾਲ ਹੀ ਪੈਦਾ ਹੋਇਆ, ਇੱਕੋ ਤਰੀਕੇ ਨਾਲ ਇੱਥੋਂ ਜਾਂਦਾ ਹੈ, ਇੱਕੋ ਹੀ ਤਰੀਕੇ ਨਾਲ ਖਾਂਦਾ ਪੀਂਦਾ, ਇੱਕੋ ਜਿਹੇ ਸਾਰਿਆਂ ਦੇ ਅੰਦਰ ਔਰਗਨ ਨੇ ਸਾਰੇ, ਕੋਈ ਵੱਖਰੇ ਵੱਖਰੇ ਨਹੀਂ ਹੈਗੇ। ਜੇ ਵੱਖਰੇ ਵੱਖਰੇ ਹੁੰਦੇ ਤਾਂ ਪਤਾ ਲੱਗਦਾ ਕਿ ਹਾਂ ਵੀ ਇਹ ਜਿਹੜੇ ਨੇ ਇਹ ਫਲਾਣੇ ਧਰਮ ਦੇ ਨੇ, ਇਹ ਫਲਾਣੇ ਧਰਮ ਦੇ ਨੇ। ਧਰਮ ਸਾਡਾ ਸਾਰਿਆਂ ਦਾ ਇੱਕੋ ਹੀ ਇਨਸਾਨੀਅਤ, ਪ੍ਰੇਮ ਜਿਹੜਾ ਹੈ। ਜੇ ਉਹ ਨਹੀਂ ਵਿਚ ਰਿਹਾ ਤੇ ਫਿਰ ਅਸੀਂ ਕਿਸੇ ਵੀ ਹੋਈਏ, ਕਿਉਂਕਿ ਦਸਮ ਪਾਤਸ਼ਾਹ ਨੇ ਫਰਮਾਇਆ ਕਿ ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੱਜ ਧਰਮਾਂ ਦੇ ਨਾਂ ਦੇ ਉੱਤੇ ਕਈ ਬਖੇੜੇ ਖੜੇ ਹੋ ਗਏ। ਆਪਣੀ ਆਪਣੀ ਬੁੱਧੀ ਦੇ ਨਾਲ ਆਪਾਂ ਕਥਾਵਾਚਕ ਜੋ ਵੀ ਸਾਰਿਆਂ ਨੇ ਆਪਣਾ ਆਪਣਾ ਸੰਦੇਸ਼ ਜੋ ਵੀ ਸੀ ਉਹ ਲੋਕਾਂ ਦੇ ਉੱਤੇ ਥੋਪ ਦਿੱਤਾ। ਪਿਆਰ ਦੀ ਜਗ੍ਹਾ ਸਗੋਂ ਨਫ਼ਰਤ ਜਿਹੜੀ ਸੀ ਦਿਮਾਗਾਂ 'ਚ ਭਰ ਦਿੱਤੀ ਗਈ। ਨਫ਼ਰਤ ਭਰ ਗਈ, ਉਹਦੇ ਕਰਕੇ ਉਹ ਪਰਮਾਤਮਾ ਜੀ ਉਹਨਾਂ ਨੇ ਕਿਹਾ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਦੋਂ ਪ੍ਰੇਮ ਨਿਕਲ ਕੇ ਨਫ਼ਰਤ ਆ ਗਈ ਤੇ ਉਹ ਪ੍ਰਭੂ ਓਨਾ ਹੀ ਦੂਰ ਹੋ ਗਿਆ। ਜਿੰਨਾ ਜਿੰਨਾ ਉਹ ਦੂਰ ਹੋ ਗਿਆ ਓਨਾ ਹੀ ਅਸੀਂ ਦੁਖੀ ਹੋ ਗਏ। ਇਸ ਲਈ ਅੱਜ ਫਿਰ ਉਹ ਸਮਝਾ ਰਹੇ ਨੇ, ਫਰਮਾਉਂਦੇ ਨੇ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਕਹਿੰਦੇ ਕਿਸੇ ਨਾਲ ਵੀ ਘਿਰਨਾ ਜਾਂ ਕਿਸੇ ਵੀ ਵੱਲ ਅਸੀਂ ਉਸ ਨਿਗਾਹ ਨਾਲ ਨਾ ਦੇਖੀਏ, ਸਾਰੇ ਇੱਕ ਹੀ ਕੁਦਰਤ ਦੇ ਬੰਦੇ ਨੇ। ਇੱਕ ਜਗ੍ਹਾ ਕਬੀਰ ਸਾਹਿਬ ਦੇ ਹੀ ਬਚਨ ਹੋਰ ਨੇ, ਉਹਨਾਂ ਨੂੰ ਉਹਦੇ ਵਿੱਚ ਬੜਾ ਖੋਲ੍ਹ ਕੇ ਉਹਨਾਂ ਨੇ ਉਸ ਚੀਜ਼ ਦਾ ਵੀ ਨਿਰਣਾ ਕੀਤਾ। ਉਹਨਾਂ ਨੇ ਫਰਮਾਇਆ ਕਿ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਕਹਿੰਦੇ ਕਿ ਮੁਸਲਮਾਨ ਕਹਿੰਦੇ ਨੇ ਕਿ ਉਹ ਜਿਹੜਾ ਅੱਲਾ ਏ ਉਹ ਕਾਬੇ 'ਚ ਵਸਦਾ ਹੈ। ਕਹਿੰਦੇ ਕਿ ਜੇ ਅੱਲਾ ਉੱਥੇ ਕਾਬੇ 'ਚ ਵਸਦਾ ਏ ਤੇ ਜਿਹੜਾ ਅਵਰ ਮੁਲਕ ਕਿਸ ਕੇਰਾ, ਕਹਿੰਦੇ ਜਿਹੜਾ ਬਾਕੀ ਮੁਲਕ ਜਿਹੜਾ ਸਭ ਆ ਉਹ ਫਿਰ ਕਿਹਦਾ ਏ? ਉਹਨੂੰ ਕੌਣ ਚਲਾ ਰਿਹਾ? ਜੋ ਅੱਲਾ ਜਿਹੜਾ ਕਾਬੇ ਦੇ ਵਿੱਚ ਹੀ ਕਿੱਥੇ ਆ ਤੇ ਬਾਕੀ ਮੁਲਕ ਨੂੰ ਕੌਣ ਚਲਾ ਰਿਹਾ? ਇਹਦਾ ਵਾਲੀ ਵਸ ਕੌਣ? ਕਿਹਾ ਕਿ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤਤ ਨਾ ਹੇਰਾ। ਹਿੰਦੂ ਕਹਿੰਦੇ ਨੇ ਕਿ ਉਹ ਮੂਰਤੀ ਦੇ ਵਿੱਚ ਵਸਦਾ ਹੈ, ਉਸ ਤੋਂ ਇਲਾਵਾ ਨਹੀਂ ਇੱਧਰ ਉੱਧਰ ਕਿਤੇ, ਬਸ ਉਸ ਦੇ ਉੱਤੇ ਹੀ ਉਸ ਚੀਜ਼ ਦੀ ਟੇਕ ਹੈ। ਉਹਦੇ ਕਰਕੇ ਕੋਈ ਮੂਰਤੀ ਨੂੰ ਮਾੜੀ ਜਿਹੀ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੋ ਜਾਵੇ, ਉਹਦੇ ਤੋਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ, ਕਿੰਨੇ ਲੋਕਾਂ ਦਾ ਕਤਲ ਹੋ ਜਾਂਦੇ ਨੇ, ਕਈ ਕੁਛ ਇੱਥੇ ਢਹਿ ਜਾਂਦਾ ਹੈ। ਪਰ ਉਹਨੇ ਫਰਮਾਇਆ ਕਿ ਦੋਵੇਂ ਤਤ ਨਾ ਹੇਰਾ, ਕਿ ਉਹ ਚੀਜ਼ ਨੂੰ ਸਮਝ ਨਹੀਂ ਸਕੇ। ਹੁਣ ਇਸ ਚੀਜ਼ ਨੂੰ ਵੀ ਸਮਝਣਾ ਹੈ ਕਿ ਇੱਥੇ ਪਹਿਲਾਂ ਇੱਕ ਨਾਮ ਆਇਆ ਕਿ ਅੱਲਾ ਏਕ ਮਸੀਤ ਕੇ ਮੁਸਲਮਾਨ ਦੀ ਇੱਕ ਦਿੱਤੀ ਹੈ ਮਿਸਾਲ, ਦੂਸਰੀ ਮਿਸਾਲ ਹਿੰਦੂ ਦੀ ਦਿੱਤੀ ਹੈ। ਹੁਣ ਇੱਕ ਜਗ੍ਹਾ ਦੇ ਉੱਤੇ ਹੁਣ ਦੇਖੋ ਦੁਨੀਆ ਦੇ ਬੜੇ ਨੇ, ਈਸਾਈ ਨੇ, ਜੈਨ ਨੇ, ਹੋਰ ਕਈ ਐਸੀਆਂ ਜਾਤੀਆਂ ਨੇ। ਹੁਣ ਸਾਰਿਆਂ ਦੇ ਨਾਮ ਨਹੀਂ ਹੈਗੇ, ਇਹਦਾ ਮਤਲਬ ਇਹ ਨਹੀਂ ਕਿ ਸਿਰਫ ਇਹਨਾਂ ਦਾ ਹੀ। ਉਹਨੇ ਇੱਕ ਉਦਾਹਰਨ ਦੇ ਕੇ ਦੱਸਿਆ ਹੈ, ਜੋ ਵੀ ਆਸ ਪਾਸ ਜੋ ਵਿਚਰ ਰਿਹਾ ਹੁੰਦਾ ਹੈ ਉਹਦੇ ਬਾਰੇ ਉਦਾਹਰਨ ਦੇ ਕੇ ਤੋਂ ਦੱਸ ਰਹੇ ਹੁੰਦੇ ਨੇ। ਹੈ ਅਸੀਂ ਸਾਰੇ ਹੀ ਉਹਦੇ ਵਿੱਚ ਹੀ, ਇਹ ਨਹੀਂ ਕਿ ਅਸੀਂ ਉਸ ਤੋਂ ਬਾਹਰ ਹਾਂ। ਅਸੀਂ ਵੀ ਆਪਣੇ ਆਪ ਨੂੰ ਕਹਿੰਦੇ ਜ਼ਰੂਰ ਹਾਂ ਕਿ ਅਸੀਂ ਵੀ ਗੁਰੂ ਦੇ ਸਿੱਖ ਹਾਂ, ਅਸੀਂ ਆਪਣੇ ਲੈਵਲ ਲਾ ਲਏ, ਪਰ ਹੈ ਅਸੀਂ ਵੀ ਹੀ ਉਸੇ ਚੀਜ਼ ਨੂੰ ਹੀ। ਹਰ ਇੱਕ ਬੰਦਾ ਸਤਿਗੁਰ ਤੇ ਸਾਨੂੰ ਇਹ ਮਿਲਾਉਣ ਵਾਸਤੇ ਆਏ ਨੇ, ਇਕੱਠੇ ਕਰਨ ਵਾਸਤੇ ਆਏ ਨੇ, ਅਸੀਂ ਵਿੱਚ ਵੱਟਾਂ ਪਾ ਲੈਂਦੇ ਹਾਂ ਹਰ ਇੱਕ ਜਗ੍ਹਾ 'ਤੇ। ਜਿਸ ਤਰ੍ਹਾਂ ਪਿਛਲੇ ਸਤਸੰਗ ਦੇ ਵਿੱਚ ਵੀ ਸੰਡੇ ਨੂੰ ਇਹੋ ਹੀ ਗੱਲ ਹੋ ਰਹੀ ਸੀ ਕਿ ਅਸੀਂ ਤਾਂ ਹੋਰ ਤਾਂ ਛੱਡਿਆ, ਹੁਣ ਜੇ ਅਸੀਂ ਹਿੰਦੂਆਂ 'ਚ ਗਿਣ ਲਈਏ ਤਾਂ ਕਿੰਨੇ ਲੜਾਈਆਂ ਨੇ। ਸਿੱਖਾਂ ਦੇ ਵਿੱਚ ਹੀ ਦੇਖ ਲਈਏ ਤੇ ਪਿੰਡ ਗੁਰਦੁਆਰੇ ਬਣੇ ਨੇ, ਆਹ ਮਜ਼੍ਹਬੀਆਂ ਦਾ ਗੁਰਦੁਆਰਾ ਹੈ, ਜੱਟਾਂ ਦਾ ਗੁਰਦੁਆਰਾ, ਆਹ ਫਲਾਣਿਆਂ ਦਾ ਗੁਰਦੁਆਰਾ, ਉਹ ਵੀ ਉੱਥੇ ਵੰਡਣਾ ਪੈ ਗਈਆਂ। ਇਹ ਹਰ ਜਗ੍ਹਾ ਦੇ ਉੱਤੇ ਹੀ ਵੰਡ ਪਾ ਲਈ ਗਈ। ਇਹ ਇਨਸਾਨ ਦੀ ਜਿਹੜੀ ਬੁੱਧੀ ਹੈ। ਇੱਕ ਜਗ੍ਹਾ ਦੇ ਉੱਤੇ ਅਸੀਂ ਕਹਿੰਦੇ ਜ਼ਰੂਰ ਹਾਂ ਕਿ ਅਸੀਂ ਪ੍ਰਮਾਤਮਾ ਨੂੰ ਮੰਨਦੇ ਹਾਂ, ਅਸੀਂ ਵਾਹਿਗੁਰੂ ਨੂੰ ਮੰਨਦੇ ਹਾਂ, ਅਸੀਂ ਈਸ਼ਵਰ ਨੂੰ ਮੰਨਦੇ ਹਾਂ, ਪਰ ਸਾਨੂੰ ਪਤਾ ਹੀ ਨਹੀਂ ਹੈ ਕਿ ਵਾਹਿਗੁਰੂ, ਪਰਮੇਸ਼ਵਰ, ਸਤਨਾਮ, ਕਰਤਾਰ ਕਿਹਨੂੰ ਕਹਿੰਦੇ, ਕਿਹਨੂੰ। ਪਹਿਲਾਂ ਉਸ ਚੀਜ਼ ਨੂੰ ਸਮਝਾਂਗੇ, ਫਿਰ ਅੱਗੇ ਅਸੀਂ ਕਿਸੇ ਨੂੰ ਮੰਨਾਂਗੇ। ਤੇ ਉਹਨੇ ਫਰਮਾਇਆ ਕਿ ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤਤ ਨਾ ਹੇਰਾ,
ਅੱਲਾ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮਿਹਰ ਮੇਰੇ ਸਾਈ। ਕਹਿੰਦੇ ਸਤਿਗੁਰੂ ਜੀ ਤੁਸੀਂ ਮਿਹਰ ਕਰੋ, ਦਇਆ ਕਿਰਪਾ ਕਰੋ ਕਿ ਮੈਂ ਤੁਹਾਨੂੰ ਅੱਲਾ ਰਾਮ ਨੂੰ ਇੱਕ ਜਾਣ ਕੇ ਹੀ ਮੈਂ ਭਗਤੀ ਕਰਾਂ, ਮੈਂ ਵੱਖਰੇ ਵੱਖਰੇ ਸਮਝ ਕੇ ਕੋਈ ਉਹਦੇ ਵਿੱਚ ਚੱਕਰਾਂ 'ਚ ਨਾ ਪਿਆ ਰਵਾਂ। ਅੱਗੇ ਫਰਮਾਇਆ ਕਿ ਦੱਖਣ ਦੇਸ਼ ਹਰ ਤੇਰਾ ਵਾਸਾ, ਪੱਛਮ ਅੱਲਾ ਮੁਕਾਮਾ, ਦਿਲ ਮੇ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਹੁਣ ਸਾਫ਼ ਹੀ ਉਹਦੇ ਵਿੱਚ ਕਰ ਦਿੱਤਾ ਕਿ ਬਈ ਦੱਖਣ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਜਿੱਥੇ ਜਗਨਨਾਥਪੁਰੀ ਦੇ, ਕੋਈ ਕਹਿੰਦਾ ਕਿ ਈਸ਼ਵਰ ਹਰੀ ਜਿਹੜਾ ਆ ਉੱਥੇ ਹੀ ਹੈ। ਮੁਸਲਮਾਨ ਜਿਹੜੇ ਆ ਉਹਦੇ ਵਿੱਚ ਅਲੱਗ ਦੱਸ ਰਹੇ ਨੇ ਕਿ ਪੱਛਮ ਦੇ ਵਿੱਚ ਜਿੱਥੇ ਉਹ ਕਾਬਾ ਜਿੱਥੋਂ ਉਹ ਉੱਥੇ ਉਹ ਕਹਿ ਦੇ। ਉਹਨਾਂ ਨੇ ਫਰਮਾ ਦਿੱਤਾ ਕਿ ਦਿਲ ਮੇ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਕਹਿੰਦੇ ਹੋਰ ਕਿਤੇ ਨਹੀਂ ਮਿਲਣਾ, ਉਹਦੇ ਸਾਡੇ ਅੰਦਰ ਹੈ, ਹਿਰਦੇ ਦੇ ਅੰਦਰ ਹੈ। ਬਾਹਰੋਂ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ, ਚਾਹੇ ਕੋਈ ਕਿਤੇ ਵੀ ਚਲਾ ਜਾਵੇ, ਕਿਸੇ ਪਾਸੇ ਵੀ, ਭਾਵੇਂ ਸੱਜੇ ਖੱਬੇ ਪੂਰਬ ਪੱਛਮ ਉੱਤਰ ਦੱਖਣ, ਕਿਸੇ ਨੂੰ ਨਹੀਂ ਮਿਲਿਆ। ਜਿਹਨੂੰ ਵੀ ਮਿਲਿਆ ਉਹਨੂੰ ਆਪਣੇ ਅੰਦਰੋਂ ਹੀ ਮਿਲਿਆ। ਇਸੇ ਕਰਕੇ ਹੋਣਾ ਕਿ ਦਿਲ ਕਾ ਹੁਜਰਾ ਸਾਫ਼ ਕਰ, ਜਾਨਾ ਕੇ ਆਨੇ ਕੇ लिए, ਕਿ ਇਹਨੂੰ ਸਫਾਈ ਬਾਹਰ ਨਾ, ਬਾਹਰ ਗੁਰਦੁਆਰੇ ਮੰਦਰ ਮਸੀਤ ਤੇ ਡੇਰਿਆਂ ਦੀ ਸਫਾਈਆਂ ਜਾਂ ਕੁਛ ਵੀ ਅਸੀਂ ਕਰਦੇ ਹਾਂ, ਪਰ ਉਹ ਕਹਿੰਦੇ ਕਿ ਜਦੋਂ ਤੱਕ ਆਪਣੇ ਅੰਦਰ ਨਹੀਂ ਸਫਾਈ ਕਰਦੇ ਉਦੋਂ ਤੱਕ ਉਹ ਈਸ਼ਵਰ ਵਾਹਿਗੁਰੂ ਪਰਮੇਸ਼ਵਰ ਨਹੀਂ ਅੰਦਰ ਆਏਗਾ। ਸਾਡੇ ਹੈ ਤਾਂ ਅੰਦਰ ਹੀ, ਪਰ ਉਹ ਜਿਹੜੀ ਹਉਮੈ ਵਾਲੀ ਜਿਹੜੀ ਮੈਲ ਲੱਗੀ ਏ ਉਹਦੇ ਕਰਕੇ ਦਿਖਾਈ ਨਹੀਂ ਦਿੰਦਾ, ਉਹਦੇ ਕਰਕੇ ਜਿਹੜੇ ਫੇਰ ਜਿਹੜੇ ਪਈ ਜਾਂਦੇ ਨੇ। ਅੱਗੇ ਉਹਨੇ ਫਰਮਾਇਆ ਕਿ ਇੱਥੇ ਔਰਤ ਮਰਦ ਸਾਜੇ, ਇਹ ਸਭ ਰੂਪ ਤੁਮਾਰੇ, ਕਬੀਰ ਪੁੰਗਰਾ ਰਾਮ ਅੱਲਾ ਕਾ, ਸਭ ਗੁਰ ਪੀਰ ਹਮਾਰੇ। ਦੇਖੋ ਹੁਣ ਜੇ ਅਸੀਂ ਮੰਨਦੇ ਹਾਂ ਕਿਸੇ ਵੀ ਰੂਪ ਦੇ ਵਿੱਚ, ਅਸੀਂ ਕਹਿੰਦੇ ਹਾਂ ਕਿ ਸੰਤਾਂ ਨੂੰ ਅਸੀਂ ਮੰਨਦੇ ਹਾਂ, ਤੇ ਉਹਨਾਂ ਦਾ ਸੰਦੇਸ਼ ਕੀ ਆ ਰਿਹਾ ਹੈ? ਸਾਰੀਆਂ ਹੀ ਉਹਨਾਂ ਨੇ ਵੱਟਾਂ ਜਿਹੜੀਆਂ ਨੇ ਕਰ ਦਿੱਤੀਆਂ। ਪਰ ਅਸੀਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਕੋਈ ਇੱਕ ਦੋ ਵਚਨ ਪੜ੍ਹ ਕੇ, ਇੱਕ ਦੋ ਕੋਈ ਸੁਣ ਕੇ, ਕੋਈ ਸਤਸੰਗ ਸੁਣ ਕੇ, ਜਾਂ ਇੱਕ ਅੱਧੀ ਕੋਈ ਕਥਾ ਕੋਈ ਪੜ੍ਹ ਕੇ ਸੁਣ ਕੇ, ਤੇ ਅਸੀਂ ਕਹਿ ਦਿੰਦੇ ਹਾਂ ਨਹੀਂ ਸਾਨੂੰ ਪਤਾ ਲੱਗ ਗਿਆ। ਮੈਂ ਕਈ ਵਾਰ ਬੇਨਤੀ ਕਰਦਾ ਰਹਿੰਦਾ ਹੈ ਕਿ ਜਦੋਂ ਤੱਕ ਅਸੀਂ, ਜਿਸ ਤਰ੍ਹਾਂ ਹੁਣ ਕੋਈ ਫਿਲਮ ਅਸੀਂ ਦੇਖਦੇ ਹਾਂ, ਫਿਲਮ ਦਾ ਕੋਈ ਇੱਕ ਅੱਧਾ ਪਾਰਟ ਦੇਖ ਕੇ ਸਾਨੂੰ ਸਮਝ ਨਹੀਂ ਲੱਗਦੀ ਕਿ ਕੀ ਹੋਇਆ, ਪਹਿਲਾਂ ਕੀ ਹੋਇਆ, ਬਾਅਦ 'ਚ ਕੀ ਹੋਇਆ। ਅਸੀਂ ਆਪਣੇ ਮਨ ਨਾਲ ਸੋਚਦੇ ਰਹਿੰਦੇ ਇੱਦਾਂ ਕਿਉਂ ਕੀਤਾ, ਇਹਨੇ ਕਿਉਂ ਇੱਦਾਂ ਕੀਤਾ। ਜਦੋਂ ਅਸੀਂ ਪੂਰੀ ਪਿਕਚਰ ਦੇਖਾਂਗੇ ਫਿਰ ਸਮਝ ਆਉਂਦੀ ਹੈ ਕਿ ਬਈ ਕੀ ਗੱਲ ਹੈ। ਇਸ ਕਰਕੇ ਕਈ ਵਾਰ ਜਦੋਂ ਸਤਿਗੁਰਾਂ ਨੇ ਫਰਮਾਉਣਾ ਕਿ ਆਪ ਕਿਸੇ ਦੇ ਸੁਣੇ ਸੁਣਾਏ ਨਹੀਂ, ਸਤਿਗੁਰਾਂ ਨੇ ਇੱਥੋਂ ਤੱਕ ਫਰਮਾ ਦਿੱਤਾ ਕਿ ਬਾਣੀ ਜਿਹੜੀ ਹੈ ਇੱਕ ਇੱਕ ਜਿਹੜਾ ਲਫ਼ਜ਼ ਹੈ ਕਰੋੜਾਂ ਅਰਬਾਂ ਦਾ ਵੀ ਕਹੀਏ ਤੇ ਤਾਂ ਵੀ ਉਹਦਾ ਮੁੱਲ ਨਹੀਂ ਹੈਗਾ। ਪਰ ਸਤਿਗੁਰਾਂ ਨੇ ਇੱਕ ਬਚਨ ਸਤਸੰਗ 'ਚ ਫਰਮਾਇਆ ਕਿ ਵੀ ਇਹ ਬਾਣੀ ਭਾਈਆਂ ਦੀ ਨਹੀਂ ਹੈ, ਇਹ ਬਾਣੀ ਕਿਸੇ ਪੜ੍ਹਨ ਵਾਲਿਆਂ ਪੜ੍ਹਾਉਣ ਵਾਲਿਆਂ ਕਿਸੇ ਦੀ ਨਹੀਂ ਹੈ, ਇਹ ਪੂਰਵ ਸੰਤਾਂ ਦੀ ਬਾਣੀ ਹੈ। ਜਦੋਂ ਤੱਕ ਉਹ ਦਇਆ ਕਿਰਪਾ ਨਾ ਕਰਨ ਸਮਝ ਕੁਛ ਨਹੀਂ ਲੱਗਦੀ, ਇਹਦੀ ਵਿਆਖਿਆ ਕੋਈ ਨਹੀਂ ਕਰ ਸਕਦਾ। ਇਹਦੀ ਆਪਣੀ ਆਪਣੀ ਮਨ ਬੁੱਧੀ ਦੇ ਤੌਰ ਦੇ ਉੱਤੇ ਅਸੀਂ ਜ਼ਰੂਰ ਉਹਦਾ ਇੱਕ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਨਹੀਂ, ਇੱਥੇ ਕੋਈ ਅੰਦਾਜ਼ਿਆਂ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਦਇਆ ਕਿਰਪਾ ਕਰਨ, ਆਪ ਹੀ ਰਹਿਮਤ ਕਰਨ, ਉਹ ਚੀਜ਼ ਸਮਝਾ ਦੇਣ। ਨਹੀਂ ਤੇ ਬਈ ਇੱਥੇ ਜਿੰਨੇ ਮਰਜ਼ੀ ਗਿਆਨੀ ਜਿਹੜੇ ਨੇ ਤੇ ਫੇਲ ਨੇ ਸਭ। ਤੇ ਉਹਨੇ ਫਰਮਾਇਆ ਕਿ ਇੱਥੇ ਔਰਤ ਮਰਦ ਸਾਜੇ, ਇਹ ਰੱਬ ਸਭ ਰੂਪ ਤੋਂ ਮਾਰੇ। ਕਹਿੰਦੇ ਇੰਨੇ ਔਰਤਾਂ ਇੰਨੇ ਮਰਦ ਜਿਹੜੇ ਤੂੰ ਬਣਾ ਦਿੱਤੇ, ਹਰ ਇੱਕ ਦੀ ਸ਼ਕਲ ਭਾਵੇਂ ਅਲੱਗ ਅਲੱਗ ਹੈ, ਪਰ ਕਹਿੰਦੇ ਕਿ ਸਭ ਰੂਪ ਤੋਂ ਮਾਰੇ, ਸਾਰੇ ਹਰ ਇੱਕ ਦੇ ਅੰਦਰ ਹੀ ਤੂੰ ਵਸਿਆ ਪਿਆ ਹੈ, ਕੋਈ ਵੱਖਰੇ ਨਹੀਂ ਹੈਗੇ। ਕਿ ਫਰਮਾਇਆ ਕਬੀਰ ਪੁੰਗਰਾ ਰਾਮ ਅੱਲਾ ਕਾ, ਸਭ ਗੁਰ ਪੀਰ ਹਮਾਰੇ। ਹੁਣ ਕੀ ਫਰਮਾਉਂਦੇ ਨੇ ਕਿ ਬਈ ਮੈਂ ਸਭ ਨੂੰ ਹੀ, ਸਾਰੇ ਹੀ ਉਸ ਤੁਹਾਡੇ ਅਵਤਾਰਾਂ ਨੂੰ, ਸੰਤਾਂ ਮਹਾਤਮਾ ਸਭ ਨੂੰ ਮੈਂ ਨਮਸਕਾਰ ਕਰਦਾ ਹੈ, ਕਿਉਂਕਿ ਸਭ ਹੀ ਮੈਨੂੰ ਆਪਣੇ ਹੀ ਲੱਗਦੇ ਨੇ। ਕਿ ਜਦੋਂ ਤੁਸੀਂ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਗੱਲ ਕੀਤੀ, ਜਦੋਂ ਉਹ ਹਰ ਇੱਕ ਦੇ ਅੰਦਰ ਹੈ, ਤੇ ਫਿਰ ਇਹ ਵੱਖਰੇ ਵੱਖਰੇ ਕਿਸ ਤਰ੍ਹਾਂ ਹੋ ਗਏ। ਫਿਰ ਉਹਨੇ ਫਰਮਾਇਆ ਕਿ ਕਹਿਤ ਕਬੀਰ ਸੁਨੋ ਨਰ ਨਰਵੇ, ਪੜੋ ਏਕ ਕੀ ਸ਼ਰਨਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਤਬ ਹੀ ਨਿਸ਼ਚੇ ਤਰਨਾ। ਹੁਣ ਸਾਰਿਆਂ ਦਾ ਜਿਹੜਾ ਇੱਕ ਸਮਝਾ ਕੇ ਤੇ ਇੱਕ ਜਿਹੜੀ ਐਂਡ ਦੇ ਵਿੱਚ ਜਿਹੜੀ ਉਹਦਾ ਨਿਚੋੜ ਕੱਢ ਕੇ ਦੱਸ ਦਿੱਤਾ ਕਿ ਕਹਿੰਦੇ ਕਹਿਤ ਕਬੀਰ ਸੁਨੋ ਨਰ ਨਾਰੀ, ਸਾਰਿਆਂ ਨੂੰ ਹੀ, ਚਾਹੇ ਔਰਤ ਹੈ ਚਾਹੇ ਮਰਦ ਹੈ, ਕੋਈ ਵੱਡਾ ਛੋਟਾ ਕੋਈ ਵੀ, ਕੀ ਕਿਹਾ ਹੈ? ਪੜੋ ਏਕ ਕੀ ਸ਼ਰਨਾ। ਬਾਣੀ 'ਚ ਵੀ ਫਰਮਾਇਆ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਹਰ ਕੀ ਸੇਵਾ। ਉਹਨਾਂ ਨੂੰ ਕਹਾਇਆ ਕਿ ਪੜੋ ਏਕ ਕੀ ਸ਼ਰਨਾ, ਕੇਵਲ ਨਾਮ ਜਪੋ ਰੇ ਪ੍ਰਾਣੀ। ਹੁਣ ਆ ਗਈ ਗੱਲ ਫਿਰ ਉੱਥੇ ਮੁੜ ਕੇ ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਤੁਸੀਂ ਹਿੰਦੂ ਹੋ ਕੇ ਨਾਮ ਜਪ ਲਓ, ਤੁਸੀਂ ਮੁਸਲਮਾਨ ਹੋ ਕੇ ਜਪ ਲਓ, ਤੁਸੀਂ ਸਿੱਖ ਹੋ ਕੇ ਜਪ ਲਓ, ਜੋ ਮਰਜ਼ੀ ਕਰਕੇ ਜਪ ਲਓ, ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਉਹ ਤਾਕਤ ਕਿਉਂ ਅਲੱਗ ਅਲੱਗ, ਤੇ ਕਦੀ ਕਿਸੇ ਘਰ ਦੇ ਵਿੱਚ ਜਨਮ ਲਿਆ, ਕਦੀ ਕਿਸੇ ਘਰ 'ਚ ਜਨਮ ਲਿਆ, ਸਾਡੇ ਮਨ ਦੇ ਵਿੱਚੋਂ ਇਹ ਸ਼ੰਕੇ ਕੱਢਣ ਵਾਸਤੇ।
ਇਹੋ ਹੀ ਜਿਹੜਾ ਊਚ ਨੀਚ ਦਾ ਜਿਹੜੇ ਬੰਧਨ ਸੀ ਇਹਨਾਂ ਨੂੰ ਖਤਮ ਕਰਨ ਵਾਸਤੇ ਅਲੱਗ-ਅਲੱਗ ਉਹਨਾਂ ਨੇ ਅਵਤਾਰ ਧਾਰਿਆ। ਤੇ ਉਹਨੇ ਫਰਮਾਇਆ ਕਿ ਤਰਨਾ ਕਹਿੰਦੇ ਆ ਕਿ ਕੇਵਲ ਨਾਮ ਜਪੋ ਰੇ ਪ੍ਰਾਣੀ ਤਬ ਹੀ ਨਿਸ਼ਚੇ ਤਰਨਾ, ਕਿ ਜਿਹੜਾ ਨਾਮ ਜਪਦਾ ਆ ਉਹੀ ਸਿਰਫ ਤਰਸ ਤਰੇਗਾ ਇੱਥੇ। ਨਹੀਂ ਤੇ ਹਰ ਇੱਕ ਬੰਦਾ ਚਾਹੇ ਕੋਈ ਜਿੱਡਾ ਮਰਜ਼ੀ ਜਿਹੜੀ ਮਰਜ਼ੀ ਜਾਤ ਪਾਤ ਦੇ ਵਿੱਚ ਆ, ਕੋਈ ਇਹ ਨਾ ਸੋਚੇ ਕਿ ਮੈਂ ਬ੍ਰਾਹਮਣ ਦੇ ਘਰ 'ਚ ਜਨਮ ਲਿਆ ਏ ਤੇ ਮੈਨੂੰ ਕੁਛ ਕਰਨ ਦੀ ਲੋੜ ਨਹੀਂ, ਜਾਂ ਮੈਂ ਫਲਾਣੇ ਉੱਚੇ ਕੋਲ 'ਚ ਲਿਆ ਏ ਤੇ ਮੈਨੂੰ ਕੋਈ ਨਹੀਂ ਲੋੜ। ਜਦੋਂ ਤੱਕ ਅਸੀਂ ਸਤਿਗੁਰਾਂ ਦੇ ਉਸ ਬਚਨ ਤੇ ਮੰਨ ਕੇ ਜਾਂ ਉਹਨਾਂ ਦੇ ਉੱਤੇ ਨਿਸ਼ਚਾ ਕਰਕੇ ਉਹਨਾਂ ਦਾ ਨਾਮ ਨਹੀਂ ਜਪਦੇ, ਉਦੋਂ ਤੱਕ ਉਹਨਾਂ ਨੇ ਕਿਹਾ ਕਿ ਸਾਰੇ ਹੀ ਅਸੀਂ ਨੀਚ ਹੀ ਨੀਚ ਹਾਂ, ਕੋਈ ਵੀ ਇੱਥੇ ਉੱਚ ਨਹੀਂ। ਜਿਹੜਾ ਜਿਹਨੇ ਨਾਮ ਜਪ ਲਿਆ ਉਹ ਹੀ ਉੱਚਾ ਹੈ। ਤੇ ਬੜਾ ਪਿਆਰਾ ਉਹਨਾਂ ਨੇ ਦਿੱਤਾ ਕਿ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਹਿੰਦੇ ਅਸੀਂ ਕਿਹਨੂੰ ਮਾੜਾ ਕਹਿੰਦੇ ਹਾਂ, ਕਿਹਦੇ ਵੱਲ ਅਸੀਂ ਉਂਗਲ ਉਠਾਉਂਦੇ ਹਾਂ? ਜੇ ਅਸੀਂ ਕਿਸੇ ਨੂੰ ਵੀ ਮਾੜਾ ਕਹਿੰਦੇ ਹਾਂ ਤੇ ਅਸੀਂ ਉਸ ਆਪਣੇ ਪ੍ਰਭੂ ਨੂੰ, ਅਸੀਂ ਉਸ ਈਸ਼ਵਰ ਨੂੰ, ਉਸ ਵਾਹਿਗੁਰੂ ਨੂੰ, ਉਸ ਆਪਣੇ ਸਤਿਗੁਰਾਂ ਨੂੰ ਅਸੀਂ ਉਹਨੂੰ ਹੀ ਮੰਦਾ ਕਹਿ ਰਹੇ ਹਾਂ। ਜੇ ਉਹਦੇ ਹੀ ਸਾਰੇ ਨੇ ਤੇ ਬਈ ਫਿਰ ਆਪਣੇ ਅੰਦਰ ਉਹ ਭਾਵ ਲਿਆਈਏ। ਜਦੋਂ ਤੱਕ ਸਾਡੇ ਅੰਦਰ ਉਹ ਭਾਵ ਨਹੀਂ ਆਉਂਦਾ, ਭਾਵਨਾ ਨਹੀਂ ਆਉਂਦੀ, ਉਦੋਂ ਤੱਕ ਇਹ ਲੜਾਈਆਂ ਝਗੜੇ ਨਹੀਂ ਮੁੱਕ ਸਕਦੇ। ਔਰ ਸਭ ਤੋਂ ਵੱਧ ਟਾਈਮ ਇਸੇ ਵਿੱਚ ਹੀ ਖਰਾਬ ਹੁੰਦਾ ਹੈ। ਅਸੀਂ ਕੋਈ ਵੀ ਕੰਮ ਨੂੰ ਸੋਚਦੇ ਵਿਚਾਰਦੇ ਹਾਂ ਜਿੰਨਾ, ਉਹ ਕਿੰਨਾ ਟਾਈਮ ਲੱਗਦਾ ਹੈ, ਕਰਦਿਆਂ ਤੇ ਕੋਈ ਨਹੀਂ ਟਾਈਮ ਲੱਗਦਾ। ਜਦੋਂ ਬੰਦਾ ਤੁਰਨਾ ਇੱਥੋਂ ਸੋਚੀ ਜਾਈਏ, 10 ਸਾਲ ਬਹਿ ਕੇ ਸੋਚੀ ਜਾਈਏ ਅਸੀਂ ਜਾਣਾ ਫਲਾਣੇ ਦੇਸ਼ ਜਾਣਾ ਹੈ, ਅਸੀਂ ਜਾਂ ਇੱਥੋਂ ਫਲਾਣੇ ਸ਼ਹਿਰ ਜਾਣਾ ਹੈ, ਸੋਚੀ ਜਾਈਏ, ਸੋਚਣ ਦੀ ਕਿਹੜੀ ਗੱਲ ਹੈ। ਪਰ ਜਿਸ ਦਿਨ ਤੁਰਾਂਗੇ, ਪਹਿਲਾ ਕਦਮ ਜਿੱਦਣ ਵਧਾ ਲਿਆ ਉਦੋਂ ਇੱਕ ਕਦਮ ਘੱਟ ਗਿਆ ਸਫ਼ਰ 'ਚੋਂ। ਜੇ ਬੈਠੇ ਸੋਚੀ ਵਿਚਾਰੀ ਜਾਂਦੇ ਹਾਂ ਤੇ ਚਾਹੇ ਜਿੰਨਾ ਦਿਨ ਮਰਜ਼ੀ ਸੋਚੀ ਜਾਈਏ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਇਸੇ ਤਰ੍ਹਾਂ ਹੀ ਆਪਣੇ ਉਸ ਸਤਿਗੁਰਾਂ ਦੇ ਨਾਮ ਨੂੰ ਜਾਣੀਏ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਕਿਸੇ ਵੀ ਟਾਈਮ ਦੇ ਉੱਤੇ ਅਸੀਂ ਦੇਖ ਲਈਏ, ਕਿਸੇ ਵੀ ਟਾਈਮ ਤੇ ਦੇਖ ਲਈਏ ਕਿ ਬਈ ਮੰਨਿਆ ਕਦੋਂ ਅਸੀਂ ਉਹਨਾਂ ਨੂੰ। ਜੇ ਅਸੀਂ ਮੰਨਿਆ ਹੋਵੇ, ਕਿਸੇ ਵੀ ਟਾਈਮ ਤੇ ਮੰਨਿਆ ਹੋਵੇ, ਤੇ ਫਿਰ ਇਹ ਇਸ ਚੀਜ਼ ਦੀ ਗਰੰਟੀ ਹੈ ਕਿ ਅਸੀਂ ਅੱਜ ਇੱਥੇ ਨਹੀਂ ਸੀ ਬੈਠੇ ਹੋਣਾ। ਕਿਉਂਕਿ ਪਿੱਛੇ ਵੀ ਜਨਮ ਲਿਆ, ਸਤਿਗੁਰਾਂ ਨੇ ਵੀ ਵਚਨ ਫਰਮਾਏ ਕਿ ਬਈ ਪਹਿਲਾਂ ਵੀ ਅਸੀਂ ਇਕੱਠੇ ਹੋਏ, ਪਹਿਲਾਂ ਵੀ ਕਈ ਐਸੇ ਬਈ ਸੰਗਤ ਵੱਲੋਂ ਕਿਆ ਫਰਮਾਇਆ ਕਿ ਵੀ ਨਾਮ ਲੇਵਾ ਨੇ ਪਹਿਲਾਂ ਵੀ ਇਹਨਾਂ ਨੇ ਗੁਰੂ ਦੀ ਗੋਦ ਹੰਡਾਈ। ਪਰ ਫਿਰ ਦੁਬਾਰਾ ਫੇਰ ਕਿਉਂ ਪੈਂਦਾ ਹੈ? ਇਸੇ ਕਰਕੇ ਹੀ ਕਿਉਂਕਿ ਕੋਈ ਨਾ ਕੋਈ ਮਨ 'ਚ ਕੋਈ ਨਾ ਕੋਈ ਵਿਚਾਰ ਸ਼ੰਕਾ ਰੱਖ ਕੇ ਅਸੀਂ ਕਰ ਲੈਂਦੇ ਹਾਂ। ਥੋੜ੍ਹੇ ਦਿਨ ਪਹਿਲਾਂ ਕੋਈ ਕਿਸੇ ਨਾਲ ਗੱਲ ਹੋ ਰਹੀ ਸੀ, ਇਹੋ ਗੱਲ ਕਰਨ ਲੱਗੇ ਕਿ ਮਹਾਰਾਜ ਜੀ ਟਾਈਮ ਬੜਾ ਲੰਘਦਾ ਪਿਆ, ਬੜਾ ਤੇਜ਼ ਚੱਲਦਾ ਪਿਆ ਹੈ, ਪਰ ਗੱਲ ਕੋਈ ਬਣਦੀ ਨਹੀਂ ਪਈ, ਕਿਰਪਾ ਕਰੋ, ਦਇਆ ਕਰੋ। ਮੈਂ ਕਿਹਾ ਕਿਰਪਾ ਤੇ ਸਤਿਗੁਰਾਂ ਨੇ ਸਾਨੂੰ ਕੀਤੀ, ਮਨੁੱਖ ਚੋਲਾ ਸਾਨੂੰ ਦੇ ਦਿੱਤਾ, ਸਾਨੂੰ ਆਪਣਾ ਜਿਹੜਾ ਅਸੀਂ ਆਸ਼ੀਰਵਾਦ ਦਿੱਤਾ, ਆਪਣਾ ਨਾਮ ਬਖਸ਼ ਦਿੱਤਾ, ਉਹਨਾਂ ਨੇ ਤੇ ਕਿਰਪਾ ਕਰ ਦਿੱਤੀ। ਹੁਣ ਅਸੀਂ ਕਿਰਪਾ ਆਪਣੇ ਆਪ ਤੇ ਕਰੀਏ। ਮੈਂ ਉਹਨੂੰ ਗੱਲ ਕਹੀ, ਮੈਂ ਕਿਹਾ ਕਿ ਆਪਾਂ ਵਿਚਾਰ ਕਰੀਏ ਕਿ ਆਪਾਂ ਸਭ ਤੋਂ ਜਿਹੜਾ ਜ਼ਰੂਰੀ ਕੰਮ ਕਿਹੜਾ ਹੈ। ਹੁਣ ਪਤਾ ਸਭ ਨੂੰ ਇਹ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਕਿਹਾ ਕਿ ਭਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨੀ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਚਿਤ ਸਾਫ਼ ਹੈ, ਸਾਰੀ ਗੱਲ ਕਲੀਅਰ ਹੈ। ਹੁਣ ਪਤਾ ਵੀ ਹੈ ਕਿ ਮਨੁੱਖ ਦੇ ਸਤਸੰਗ ਸੁਣਿਆ ਆ, ਪਤਾ ਹੈ ਆਪ ਨੂੰ ਕਿ ਕਿਹੜੀ ਚੀਜ਼ ਜ਼ਰੂਰੀ ਹੈ। ਪਰ ਹੁਣ ਜ਼ਰੂਰੀ ਨੂੰ ਪਤਾ ਹੋਣ ਨਾਲ ਤੇ ਗੱਲ ਨਹੀਂ ਹੋਣੀ। ਰਸਤਾ ਭਾਵੇਂ ਸਾਰਾ ਸਾਨੂੰ ਪਤਾ ਹੋਵੇ, ਪਰ ਜਦੋਂ ਚੱਲਣਾ ਹੀ ਨਹੀਂ ਸ਼ੁਰੂ ਨਹੀਂ ਕਰਾਂਗੇ ਤੇ ਰਸਤਾ ਕਿਸ ਤਰ੍ਹਾਂ ਕੱਟੇਗਾ? ਹੁਣ ਇਸੇ ਤਰ੍ਹਾਂ ਹੀ ਮੈਂ ਉਹਨਾਂ ਨੂੰ ਗੱਲ ਹੋ ਰਹੀ ਸੀ, ਮੈਂ ਕਿਹਾ ਕਿ ਦੇਖੋ ਕਿ ਸਭ ਨੂੰ ਪਤਾ ਹੈ, ਠੀਕ ਹੈ, ਸਤਿਗੁਰਾਂ ਦੀ ਇੱਕ ਡਿਊਟੀ ਇਹ ਕਰ ਰਹੇ ਹਾਂ ਅਸੀਂ ਸਾਰੇ ਸਤਿਗੁਰਾਂ ਦੇ ਬੱਚੇ, ਅਸੀਂ ਉਹਨਾਂ ਦੇ ਸੇਵਾਦਾਰ ਹਾਂ, ਕੋਈ ਵੱਡਾ ਛੋਟਾ ਨਹੀਂ ਇੱਥੇ। ਲੇਕਿਨ ਜਿਹੜੀ ਚੀਜ਼ ਹੈ ਕਿ ਜਦੋਂ ਉਹਨਾਂ ਨੇ ਜਿਨ੍ਹਾਂ ਨੇ ਵੀ ਗੱਲ ਕੀਤੀ, ਮੈਂ ਕਿਹਾ ਕਿ ਸਾਡੇ ਕੋਲ ਤੁਸੀਂ ਗੱਲ ਕੀਤੀ ਕਿ ਟਾਈਮ ਨਿਕਲਦਾ ਜਾ ਰਿਹਾ, ਇੰਨਾ ਟਾਈਮ ਨਿਕਲ ਗਿਆ, ਆਪਾਂ ਨੂੰ ਇਹ ਸੋਚ ਕੇ ਵੇਖੀਏ ਕਿੰਨਾ ਟਾਈਮ ਸਾਡੇ ਕੋਲ ਹੈਗਾ। ਚਲੋ ਕਈ ਵਾਰੀ ਹੁੰਦਾ ਹੈ ਕਿ ਬੱਚੇ ਨੇ ਇੱਕ ਜੋ ਬਾਹਰ ਦੀ ਇੱਕ ਗਿਣਤੀਆਂ ਮਿਣਤੀਆਂ ਬੰਦਾ ਕਹਿੰਦਾ ਨਹੀਂ ਹਜੇ ਤੇ ਬੱਚੇ ਆ, ਹਜੇ ਤੇ ਜਵਾਨੀ ਹੈ, ਹਜੇ ਤੇ ਇੱਦਾਂ ਜੀ ਉੱਦਾਂ ਜੀ, ਚਲੋ ਉਹਨਾਂ ਕੋਲ ਥੋੜ੍ਹਾ ਬਹੁਤਾ ਟਾਈਮ। ਜਿਹੜੇ ਵੀ ਮੇਰੇ ਨਾਲ ਕੋਈ ਗੱਲ ਕਰ ਰਹੇ ਸੀ, ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਸਾਡੀ ਅੱਧਿਓਂ ਜ਼ਿਆਦਾ ਜਿਹੜੀ ਏਜ ਨਿਕਲ ਗਈ ਹੈ। ਪਤਾ ਹੈ ਕਿ ਹਰ ਇੱਕ ਨੂੰ ਬੜੀ ਤੋਂ ਬੜੀ ਅੱਜ ਕੱਲ੍ਹ ਕੋਈ ਕਵੇ ਤਾਂ ਕੋਈ 80 ਸਾਲ, ਕੋਈ 90 ਸਾਲ ਜਾਂ 100 ਸਾਲ ਏਜ। ਹੁਣ ਜਿਹਦੀ ਪਹਿਲਾਂ ਹੀ ਅੱਧਿਓਂ ਜ਼ਿਆਦਾ ਮਤਲਬ ਕਿ 50 ਤੋਂ ਉੱਪਰ ਹੋ ਗਈ ਹੈ, 60 70 75 80 ਜੋ ਮਰਜ਼ੀ ਹੋ ਗਈ ਕਿਸੇ ਦੀ, ਮੈਂ ਕਿਹਾ ਉਹ ਬੰਦਾ ਸੋਚੇ ਕਿ ਉਹਦੇ ਕੋਲ ਟਾਈਮ ਕਿੰਨਾ। ਟਾਈਮ ਤੇ ਕਿਸੇ ਦਾ ਵੀ ਨਹੀਂ ਪਤਾ ਕਿਸੇ ਦਾ, ਇਹ ਵੈਸੇ ਇੱਕ ਸਮਝਣ ਵਾਸਤੇ ਆ। ਮੈਂ ਕਿਹਾ ਕਿ ਜੇ ਸਾਨੂੰ ਪਤਾ ਲੱਗ ਜਾਏ, ਕਿਸੇ ਬੰਦੇ ਨੂੰ ਪਤਾ ਲੱਗ ਜਾਏ ਕਿ ਮੇਰੇ ਕੋਲ
ਸਿਰਫ 1 ਮਹੀਨਾ ਰਹਿ ਗਿਆ ਹੈ ਤਾਂ ਉਹ ਕੀ ਕਰੇਗਾ? ਫਿਰ ਉਹਨਾਂ ਨੂੰ ਕਿਹਾ ਕਿ ਜੇ ਇਹ ਪਤਾ ਲੱਗ ਜੇ ਕਿ ਮੇਰੇ ਕੋਲ 1 ਦਿਨ ਹੀ ਹੈ ਸਿਰਫ ਅੱਜ, ਤੇ ਉਦੋਂ ਅਸੀਂ ਕੀ ਕਰਾਂਗੇ? ਸੋਚ, ਆਪੇ ਵਿਚਾਰ ਕਰੀਏ, ਆਪੇ ਸਮਝ ਲੱਗ ਜਾਏਗੀ ਕੀ ਕਰਾਂਗੇ ਉਸ ਵੇਲੇ। ਅਸੀਂ ਸੰਸਾਰ 'ਚ ਭੱਜਾਂਗੇ ਕਿ ਬੱਲੇ ਬੱਲੇ ਮੈਂ ਉਹ ਸ਼ਿਮਲਾ ਨਹੀਂ ਦੇਖਿਆ, ਮੈਂ 1 ਦਿਨ ਰਹਿ ਗਿਆ, ਮੈਂ ਸ਼ਿਮਲਾ ਵੇਖ ਆਵਾਂ ਪਹਿਲਾਂ। ਜਾਂ ਇਹ ਹੋਏਗਾ ਉਹ ਮੈਂ ਫਲਾਣੀ ਚੀਜ਼ ਨਹੀਂ ਖਾਧੀ ਅਜੇ ਤੱਕ, ਉਹ ਸੋਚਿਆ ਸੀ ਸਵਾਦ ਉਹਦਾ, ਉਦੋਂ ਨਹੀਂ ਪਹਿਲਾਂ ਉਹ ਵੇਖ ਲਈਏ। ਉਦੋਂ ਕੁਛ ਨਹੀਂ ਸੋਚਦਾ। ਫਿਰ ਉਦੋਂ ਬੰਦੇ ਨੂੰ ਉਹੀ ਹੁੰਦਾ ਆ, ਪਤਾ ਆ ਕਿ ਡਰ, ਪਤਾ ਅੰਦਰ ਹਰ ਇੱਕ ਨੂੰ ਹੈਗਾ ਹੈ ਕਿ ਜਿਹੜੀ ਚੀਜ਼ ਨਾਲ ਜਾਣ ਵਾਲੀ ਹੈ ਉਹ ਪਤਾ, ਸਭ ਨੂੰ ਪਤਾ ਹੈ। ਤੇ ਜਦੋਂ ਪਤਾ ਲੱਗੇ, ਹੁਣ ਇਹ ਜਿਸ ਤਰ੍ਹਾਂ 1 ਮਹੀਨਾ ਹੋਊਗਾ ਤਾਂ ਹੋ ਸਕਦਾ ਹੈ ਮਨ 'ਚ ਇਹ ਵਿਚਾਰ ਆਵੇ ਕਿ ਨਹੀਂ ਜੀ ਚਲੋ ਆਹ ਜਿਹੜੇ ਕੰਮ ਕਰ ਲਈਏ। ਜਦੋਂ ਰਹਿ ਗਏ ਪਤਾ ਲੱਗਾ ਕਿ 1 ਦਿਨ ਆ, ਫਿਰ ਹੋਰ ਘੱਟ ਜਾਣੀ ਹੈ ਉਹ ਚੀਜ਼ਾਂ, ਫਿਰ ਨਹੀਂ ਯਾਦ ਆਉਣੀਆਂ, ਫਿਰ ਹੋਰ ਚੀਜ਼ ਆਉਣੀ ਹੈ ਕਿ ਨਹੀਂ ਆਹ ਕੰਮ। ਤੇ ਜੇ ਕਿਸੇ ਨੂੰ ਪਤਾ ਲੱਗੇ ਕਿ ਮੇਰੇ ਕੋਲ ਪਤਾ ਹੀ ਨਹੀਂ ਕਿੰਨਾ ਟਾਈਮ ਹੈਗਾ, ਪਤਾ ਨਹੀਂ 1 ਘੜੀ ਹੈ ਕਿ 1 ਘੰਟਾ ਹੈ, ਤੇ ਉਸ ਵੇਲੇ ਕੀ ਕਰਾਂਗੇ ਅਸੀਂ? ਉਸ ਵੇਲੇ ਫਿਰ ਸਭ ਨੂੰ ਉਹੀ ਯਾਦ ਆਉਂਦਾ है ना। होता है हर उम्र में, होता है हर उम्र में अपना फतूर जुदा जुदा, खिलौने इश्क पैसा फिर खुदा खुदा। हर टाइम के उत्ते बच्चों को किसी एक टाइम पर कोई चीज़ की पुस होंदा नहीं, आह ही करना, वही सब संसार लगता है, पर एंड ते कहते हैं कि मरदे होर किसी ने फिर वही खुदा ही याद आता है। सिकंदर वर्गे भी ਜਿਹੜੇ ਸੀ ਵੀ ਜਿਹੜੇ ਸਾਰੀ ਦੁਨੀਆ ਨੂੰ ਜਿੱਤ ਲਿਆ, ਲਾਸਟ ਦੇ ਉੱਤੇ ਕੀ ਮਤਲਬ ਉਹੀ ਆਇਆ ਕਿ ਬਈ ਇਹ ਪਰਮਾਤਮਾ ਦੇ ਅੱਗੇ ਕਿ ਵੀ ਮੈਨੂੰ ਥੋੜ੍ਹਾ ਟਾਈਮ ਮਿਲ ਜਾਵੇ, ਪਰ ਉਸ ਵੇਲੇ ਨਹੀਂ। ਇਸ ਕਰਕੇ ਹੋਇਆ ਕਿ ਬਈ ਆਪਣਾ ਟਾਈਮ ਖਰਾਬ ਨਾ ਕਰੀਏ। ਅਸੀਂ ਇਹਨਾਂ ਲੜਾਈਆਂ ਝਗੜਿਆਂ 'ਚ ਪੈ ਕੇ ਅਸੀਂ ਨਾ ਮੰਨੀਏ ਕਿਸੇ ਨੂੰ ਵੀ। ਮੈਂ ਕਹਿੰਦਾ ਕਿ ਠੀਕ ਹੈ, ਝਗੜੇ ਦੇ ਇਹਨਾਂ ਨਾਮਾਂ 'ਤੇ ਬਣੇ ਨਾ, ਕੋਈ ਕਹਿੰਦਾ ਗੁਰਦੁਆਰਾ ਵੱਡਾ ਹੈ, ਕੋਈ ਕਹਿੰਦਾ ਮੰਦਿਰ ਵੱਡਾ ਹੈ, ਕੋਈ ਕਹਿੰਦਾ ਮਸੀਤ ਵੱਡੀ, ਕੋਈ ਕਹਿੰਦਾ ਡੇਰਾ ਵੱਡਾ, ਇਹਨੂੰ ਕਿਸੇ ਨੂੰ ਨਾ ਮੰਨੀਏ। ਲੇਕਿਨ ਇੱਕ ਬਣਾਉਣ ਵਾਲਾ ਜਿਹੜਾ ਆ ਉਹਦੇ 'ਤੇ ਸਭ ਦਾ ਵਿਸ਼ਵਾਸ ਹੈਗਾ ਹੈ। ਅਸੀਂ ਉਹਦੀ ਹੀ ਟੇਕ ਲੈ ਕੇ ਮਤਲਬ ਉਸ ਨੂੰ ਹੀ ਕਰਕੇ ਚੱਲ ਪਈਏ, ਸਤਿਗੁਰਾਂ ਦੇ ਬਚਨਾਂ ਦਾ ਆਸਰਾ ਲੈ ਕੇ ਉਹਨਾਂ ਦਾ ਰੱਖ ਕੇ ਚੱਲ ਪਈਏ, ਬਈ ਫਿਰ ਵੀ ਉਹ ਜਿਹੜੀ ਅਸੀਂ ਸਾਨੂੰ ਆਪਣੀ ਜਿਹੜੀ ਰਹਿਣੀ ਬਹਿਣੀ ਬਦਲ ਜਾਏਗੀ, ਬਦਲਣੀ ਪਏਗੀ। ਜੇ ਅਸੀਂ ਨਹੀਂ ਉਹ ਆਪਣੀ ਬਾਹਰ ਦੀ ਰਹਿਣੀ ਬਹਿਣੀ ਬਦਲਦੇ, ਤੇ ਸਤਿਗੁਰਾਂ ਨੇ ਫਰਮਾਇਆ ਸੀ ਕੰਜਰਾਂ ਦੇ ਵੀ ਅਸੂਲ ਹੁੰਦੇ ਨੇ, ਬੁੱਚੜਾਂ ਦੇ ਵੀ ਅਸੂਲ ਹੁੰਦੇ ਨੇ, ਬਈ ਇੱਕ ਗੁਰੂ ਦਾ ਸਿੱਖ ਦਾ ਹੀ ਕੋਈ ਅਸੂਲ ਨਹੀਂ। ਜਦੋਂ ਵਿਚਾਰ ਕਰਾਂਗੇ ਤੇ ਆਪਣੇ ਆਪ ਹੀ ਰਹਿਣੀ ਬਦਲੇਗੀ। ਤਾਂ ਫਰਮਾਇਆ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਕਹਿੰਦੇ ਕੋਈ ਵੀ ਬੰਦਾ ਨਹੀਂ, ਕਿਸੇ ਨਾਲ ਨਹੀਂ। ਅਸੀਂ ਇਹਨਾਂ ਝਗੜਿਆਂ ਚੋਂ ਨਿਕਲ ਕੇ ਅਸੀਂ ਆਪਣੀ ਵਿਚਾਰ ਕਰੀਏ ਕਿ ਅਸੀਂ ਕੌਣ ਆ। ਅਸੀਂ ਆਪਣੇ ਵੱਲ ਜਦੋਂ ਧਿਆਨ ਦੇਵਾਂਗੇ ਸਾਨੂੰ ਪਤਾ ਲੱਗੇਗਾ, ਆਪਣੇ ਆਪ ਹੀ ਜਦੋਂ ਅੰਦਰ ਖੋਜ ਹੋਏਗੀ ਪਤਾ ਲੱਗ ਜਾਏ ਕਿ ਨਾ ਮੈਂ ਹਿੰਦੂ, ਨਾ ਮੈਂ ਮੁਸਲਮਾਨ, ਨਾ ਮੈਂ ਸਿੱਖ, ਨਾ ਮੈਂ ਈਸਾਈ, ਮੈਂ ਤਾਂ ਉਸ ਪਰਮੇਸ਼ਵਰ ਦਾ ਇੱਕ ਬੱਚਾ ਹਾਂ। ਤੇ ਬਈ ਉਹ ਸਮਝ ਆਏਗੀ ਤੇ ਉਸ ਪਰਮੇਸ਼ਵਰ ਦੇ ਅੱਗੇ ਫਿਰ ਬੇਨਤੀ ਅਰਦਾਸ ਹੋਏਗੀ। ਹਾਂਜੀ ਬੇਟੇ। ਅਵਲ ਅੱਲੇ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਪਰਮ ਨਾ ਭੂਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਹੁਣ ਜਿਸ ਤਰ੍ਹਾਂ ਬਾਣੀ ਸਾਹਿਬ ਨੇ ਫਰਮਾਇਆ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਬੜੇ ਖੋਲ ਕੇ ਉਹਨਾਂ ਕੀਤੇ ਕਿ ਇਸ ਭਰਮ ਦੇ ਵਿੱਚ ਰਹੀਏ ਹੀ ਨਾ ਕੋਈ। ਜਿਸ ਤਰ੍ਹਾਂ ਕਬੂਤਰ ਕਹਿੰਦੇ ਜਦੋਂ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ ਕਿ ਸ਼ਾਇਦ ਮੈਨੂੰ ਕਿਹੜੀ ਵੇਖ ਰਹੀ ਹੈ, ਉਹਦਾ ਭਰਮ ਹੈ। ਅੱਖਾਂ ਆਪ ਮੀਟੀਆਂ ਨੇ, ਉਹਨੇ ਥੋੜ੍ਹਾ ਮੀਟੀਆਂ ਨੇ। ਇਸੇ ਤਰ੍ਹਾਂ ਆਪਣੇ ਮਨ 'ਚ ਕੋਈ ਖਿਆਲ ਬਣਾ ਲਈਏ, ਉਹ ਗੁਰੂ ਮੈਨੂੰ ਆਪੇ ਤਾਰੇਗਾ, ਗੁਰੂ ਮੈਨੂੰ ਆਹ ਕਰੇਗਾ, ਮੇਰਾ ਆਪੇ ਹੀ ਕੰਮ ਹੋ ਜਾਏਗਾ, ਮੇਰਾ ਇੱਦਾਂ। ਉਹ ਸਤਿਗੁਰਾਂ ਨੇ ਇੱਕ ਨੇ ਫਰਮਾਇਆ ਸੀ ਕੋਈ ਨਹੀਂ ਕਰਨਾ ਗੁਰੂ ਨੇ ਕੰਮ। ਹਾਂ ਠੀਕ ਹੈ, ਗੁਰੂ ਸਹਾਇਤਾ ਦਿੰਦਾ ਹੈ, ਕਰਦਾ ਹੈ, ਗੁਰੂ ਕੰਮ ਕਰਦਾ ਹੈ, ਸਾਰੇ ਗੁਰੂ ਹੀ ਕਰਦਾ ਹੈ ਕੰਮ,
ਪਰ ਉਹ ਕਾਹਦੇ ਵਾਸਤੇ ਉਹ ਵਚਨ ਫਰਮਾਏ ਕਿ ਬਈ ਅਸੀਂ ਸੁੱਤੇ ਨਾ ਰਹੀਏ, ਕਮ ਸੇ ਕਮ ਗੁਰੂ ਦੇ ਵਚਨ ਤੇ ਸੁਣ ਲਈਏ ਅੱਛੀ ਤਰ੍ਹਾਂ, ਗੁਰੂ ਦੇ ਵਚਨਾਂ ਨੂੰ ਤੇ ਮੰਨ ਲਈਏ। ਹੋਰ ਠੀਕ ਹੈ, ਨਹੀਂ ਕੁਛ ਸਮਝ ਲੱਗਦੀ ਨਾ ਕੁਛ ਕਰੀਏ, ਪਰ ਜੇ ਗੁਰੂ ਦੇ ਵਚਨ ਨਾ ਮੰਨੇ, ਜਿਸ ਤਰ੍ਹਾਂ ਕਿਹਾ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ, ਵਚਨ ਫਰਮਾ ਦਿੱਤਾ ਕਿ ਕਮ ਸੇ ਕਮ ਬਾਕੀ ਆਸਰੇ ਛੱਡ ਤੇ, ਕਿ ਗੁਰੂ ਦਾ ਆਸਰਾ ਤੇ ਪਕੜ ਲਏ। ਜੇ ਗੁਰੂ ਦਾ ਆਸਰਾ, ਗੁਰੂ ਦਾ ਹੱਥ ਨਾ ਫੜਿਆ ਤੇ ਬਾਕੀਆਂ ਦੇ ਤਾਂ ਅਸੀਂ ਮੈਂ ਨਹੀਂ ਕਿਸੇ ਦਾ ਹੱਥ ਫੜਦਾ, ਮੈਂ ਨਹੀਂ ਫੜਦਾ, ਮੈਨੂੰ ਨਹੀਂ ਲੋੜ। ਬਈ ਨਹੀਂ ਲੋੜ, ਵਾਕਈ ਨਹੀਂ ਕਿਸੇ ਦੀ ਲੋੜ, ਆਪਣੇ ਪਿਓ ਦੀ ਤੇ ਫੜੇ। ਜੇ ਉਹਦਾ ਵੀ ਨਾ ਫੜਿਆ ਹੋਇਆ ਤੇ ਫਿਰ ਬਈ ਕੰਮ ਗਲਤ ਹੈ। ਕਿਸੇ ਦਾ ਤਾਂ ਆਸਰਾ ਜਿਹੜਾ ਉਹ ਜਿਹੜੀ ਚੀਜ਼ ਲੈਣੀ ਪਏਗੀ। ਤੇ ਹਾਂ, ਆਪਣੇ ਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ, ਪਰ ਗੁਰੂ ਦਾ ਪਤਾ ਲੱਗ ਜਾਵੇ ਸਹੀ। ਅਸੀਂ ਮਨ ਦੇ ਵਿੱਚ ਉਹੀ ਚੀਜ਼ਾਂ ਚੱਲੀ ਜਾਂਦੀਆਂ। ਮੈਂ ਕਈ ਵਾਰ ਬੈਠਿਆਂ ਇਹ ਗੱਲ ਕੀਤੀ ਹੈ ਕਿ ਸਾਡੇ ਮਨ ਦੇ ਵਿੱਚ ਇਹ ਭਰਮ ਹੀ ਨਹੀਂ ਮਿਟਦੇ। ਇਹੋ ਹੀ ਕਹਿੰਦੇ ਰਹਿੰਦੇ ਆ, ਪਹਿਲਾਂ ਇੱਦਾਂ, ਉਸ ਤੋਂ ਪਹਿਲਾਂ ਇੱਦਾਂ, ਹੁਣ ਇੱਦਾਂ, ਹੁਣ ਇੱਦਾਂ। ਪਿਛਲੇ ਸਤਸੰਗ 'ਚ ਇਹੋ ਹੀ ਗੱਲ ਹੋ ਰਹੀ ਸੀ ਕਿ ਇਹ ਕੀ ਹੈ ਬਈ, ਜੋ ਸਤਿਗੁਰ ਫਰਮਾਉਂਦੇ ਨੇ, ਜੋ ਉਹਨਾਂ ਨੂੰ ਜਦੋਂ ਅਸੀਂ ਧਿਆਨ ਦਿੱਤਾ ਹੋਏਗਾ, ਵਿਚਾਰ ਕੀਤਾ ਹੋਏਗਾ, ਤੇ ਸਾਡੇ ਅੰਦਰ ਕੋਈ ਭੁਲੇਖਾ ਰਹਿ ਹੀ ਨਹੀਂ ਸਕਦਾ। ਸਾਨੂੰ ਸਮਝ ਹੀ ਨਹੀਂ ਲੱਗਦੀ ਉਸ ਚੀਜ਼ ਦੀ। ਆਪਣੇ ਮਨ ਦੇ ਖਿਆਲਾਂ ਨੂੰ ਲੈ ਕੇ ਹੀ ਪਲੰਦੇ ਬਣਾ ਕੇ ਉਹਨਾਂ ਨੂੰ ਫੋਲਦੇ ਰਹਿੰਦੇ ਆ। ਤੇ ਉਹਨੇ ਫਰਮਾਇਆ ਕਿ ਲੋਗਾ ਭਰਮ ਨਾ ਭੁੱਲੋ ਭਾਈ, ਕਹਿੰਦੇ ਕਿ ਇਸ ਭਰਮ ਦੇ ਵਿੱਚ ਬਈ ਬਾਹਰ ਨਿਕਲੋ। ਕਿਹਾ ਕਿ ਖਾਲਿਕ ਖਲਕ ਖਲਕ ਮੈਂ ਖਾਲਿਕ ਪੂਰ ਰਿਓ ਸਰਬ ਠਾਈ। ਕਹਿੰਦੇ ਕਿ ਜਿਹੜੀ ਖਲਕਤ ਹੈ, ਜਿਹੜੀ ਅਸੀਂ ਵੇਖਦੇ ਪਏ ਹਾਂ, ਜੋ ਵੀ ਚੱਲ ਰਿਹਾ, ਜਿਸ ਤਰ੍ਹਾਂ ਕਈ ਵਾਰ ਦੱਸਿਆ ਕਿ ਗੁਰਮਤਿ ਦੇ ਡੇਰੇ ਕੋਈ ਸੇਵਾਦਾਰ ਆ ਗਏ, ਪਹਿਲੇ ਪੁਰਾਣੇ ਕੋਈ ਸੇਵਾਦਾਰ ਸੀ, ਤੇ ਹੈ ਤੇ ਗੁਰੂ ਮਹਾਰਾਜ ਦੇ ਸਿੱਖ ਹੀ, ਸਤਿਗੁਰਾਂ ਦੇ ਹੀ ਉਹਨਾਂ ਨੂੰ ਨਾਮ ਹੈ। ਹੁਣ ਗੁਰੂ ਨੇ ਉਹਨਾਂ ਦੇ ਵਚਨ ਹੀ ਸੁਣੇ। ਹੁਣ ਕਿਹਾ ਏਕਾ ਅਮਰ ਏਕਾ ਪਾਤਸ਼ਾਹੀ ਪ੍ਰਭ ਜੁਗ ਜੁਗ ਸਰਕਾਰ ਬਣਾਈ। ਅਸੀਂ ਹੁਣੇ ਵੀ ਕਿਹਾ ਕਿ ਧੰਨ ਧੰਨ ਸਤਿਗੁਰੂ ਹੁਕਮ ਪ੍ਰਤਾਪ। ਕਹੀ ਜਾਂਦੇ ਕਰੀ ਜਾਂਦੇ, ਸਮਝ ਲੱਗਦੀ ਨਹੀਂ ਉਸ ਚੀਜ਼ ਦੀ। ਉਹ ਕੋਈ ਸੇਵਾਦਾਰ ਸੀ ਗੁਰਮਤਿ ਦੇ, ਚਲੋ ਮਾਣ ਕਰਨਾ, ਮੈਂ ਕਈ ਵਾਰੀ ਕਿਹਾ ਕਿ ਆਪਣੇ ਗੁਰੂ ਤੇ ਮਾਣ ਕਰਨਾ ਹਰ ਇੱਕ ਸਿੱਖ ਦਾ ਧਰਮ, ਮਾਣ ਕਰਨਾ ਚਾਹੀਦਾ ਹੈ, ਪੂਰਾ ਕਰਨਾ ਚਾਹੀਦਾ। ਉਹ ਕੋਈ ਗੱਲ ਕਰਨ ਲੱਗੇ, ਕੋਈ ਸੇਵਾਦਾਰ ਕੋਲ ਬੈਠੇ ਸੀ, ਮੈਂ ਵੀ ਆਇਆ ਤੇ ਜੋ ਬੈਠੇ ਉਹ ਗੱਲ ਕਰ ਰਹੇ ਸੀ ਬੜੀ ਜ਼ੋਰ ਸ਼ੋਰ ਨਾਲ ਕਿ ਇਸ ਤਰ੍ਹਾਂ ਜੀ, ਉਸ ਤਰ੍ਹਾਂ ਜੀ, ਤੇ ਆਪਣੀਆਂ ਗੱਲਾਂ ਚਲੋ ਸੁਣਾ ਰਹੇ। ਹੁਣ ਗੱਲ ਕਰਨੀ ਤੇ ਹੈਗੀ ਗੁਰੂ ਦੀ ਗੱਲ, ਅਸੀਂ ਗੁਰੂ ਦਾ ਨਾਮ ਰੱਖ ਕੇ ਗੱਲਾਂ ਆਪਣੀਆਂ ਕਰਨ ਲੱਗ ਪੈਂਦੇ ਹਾਂ। ਸਤਿਗੁਰੂ ਨੇ ਚੰਡੀਗੜ੍ਹ ਉੱਥੇ ਗੁਰੂ ਮਹਾਰਾਜ ਦੇ ਕੋਈ ਸੇਵਾਦਾਰ ਸੀ, ਸਤਸੰਗ ਵਾਸਤੇ ਹੁਕਮ ਦਿੱਤਾ। ਗੁਰੂ ਮਹਾਰਾਜ ਜੀ ਨੇ, ਸੇਵਾਦਾਰਾਂ ਨੇ ਵੀ, ਕਿਸੇ ਨੇ ਪੁੱਛਿਆ, ਗੁਰੂ ਮਹਾਰਾਜ ਫਰਮਾਉਣ ਲੱਗੇ ਹਾਂ ਬਈ ਸਤਸੰਗ ਸੁਣ ਕੇ ਕਰਕੇ ਤੇ ਬਸ ਉਸ ਤੋਂ ਬਾਅਦ ਆਪਣੇ ਘਰਾਂ ਨੂੰ ਚੱਲ ਜਾਣਾ, ਜ਼ਿਆਦਾ ਦੇਰ ਨਹੀਂ ਬੈਠਣਾ। ਉਹਨਾਂ ਨੇ, ਸੇਵਾਦਾਰ ਨੇ ਕਿਹਾ, ਦੱਸਿਆ ਕਿ ਸ਼ਾਇਦ ਉਹ ਘੰਟਾ ਡੇਢ ਘੰਟਾ ਟਾਈਮ ਦੱਸਿਆ ਕਿ ਇਸ ਤੋਂ ਜ਼ਿਆਦਾ ਨਹੀਂ ਬੈਠਣਾ, ਬਸ ਇੰਨਾ ਕੰਮ ਕਰਕੇ ਸਤਸੰਗ ਸੁਣ ਕੇ ਘਰ ਚਲੇ ਜਾਣਾ ਹੈ। ਹੁਣ ਉਹਨੇ, ਸੇਵਾਦਾਰ ਨੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ, ਸਤਿਗੁਰਾਂ ਦੇ ਸਾਰੇ ਸਿੱਖ ਇੰਨੀ ਦੇਰ ਬਾਅਦ ਮਿਲੇ ਹੁੰਦੇ ਆ ਸੰਗਤ, ਤੇ ਗੁਰੂ ਮਹਾਰਾਜ ਜੀ ਸਤਸੰਗ ਸੁਣ ਕੇ ਥੋੜ੍ਹੀ ਦੇਰ ਬੈਠ ਜਾਇਆ ਕਰੀਏ। ਕੋਈ ਗੁਰੂ ਮਹਾਰਾਜ ਜੀ ਦੇ ਬਚਨ, ਗੁਰੂ ਮਹਾਰਾਜ ਫੋਨ ਲੱਗੇ, ਦੱਸ ਦਿੱਤਾ ਨਾ, ਬਸ ਇੰਨੇ ਟਾਈਮ ਤੋਂ ਵੱਧ ਨਹੀਂ ਬਹਿਣਾ। ਉਹਨਾਂ ਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਉਹ ਕਾਹਦੇ ਵਾਸਤੇ, ਗੁਰੂ ਪਰਿਵਾਰ ਹੀ ਸਾਰਾ ਉੱਥੇ ਹੋਣਾ ਹੈ, ਗੁਰੂ ਮਹਾਰਾਜ ਦੇ ਬੱਚੇ। ਉਹਨਾਂ ਨੂੰ ਫੋਨ ਲੱਗੇ ਕਿ ਨਹੀਂ ਬਈ, ਇਹ ਮਨ ਜਿਹੜਾ ਹੈ ਨਾ, ਇਹ ਆਪਣਾ ਜਦੋਂ ਕੰਮ ਕਰਦਾ ਹੈ ਨਾ, ਇਹ ਸਮਝ ਨਹੀਂ ਆਉਣ ਦਿੰਦਾ ਕੁਛ ਵੀ। ਮਤਲਬ ਇਹਨੇ ਗੱਲ ਗੁਰੂ ਤੋਂ ਹੀ ਸ਼ੁਰੂ ਕਰਨੀ ਹੈ, ਤੇ ਪਤਾ ਨਹੀਂ ਕਿਹੜੀ ਕਰਦਿਆਂ ਕਰਦਿਆਂ ਗੁਰੂ ਕਿੱਥੇ ਚਲ ਜਾਣਾ ਹੈ, ਤੇ ਇਹਨੇ ਆਪਣੇ ਆਪ ਨੂੰ ਅੱਗੇ ਲੈਣਾ। ਫਿਰ ਮੈਨੂੰ ਗੁਰੂ ਨੇ ਆ, ਮੈਨੂੰ ਗੁਰੂ ਨੇ ਆ, ਮੈਨੂੰ ਗੁਰੂ ਨੇ ਆ, ਮੈਨੂੰ ਮੈਨੂੰ ਮੈਂ ਸ਼ੁਰੂ ਹੋ ਜਾਣੀ ਹੈ, ਗੁਰੂ ਸਾਈਡ ਤੇ ਚਲਾ ਜਾਣਾ। ਫਿਰ ਉਹ ਕਿਤੇ ਨਾ ਕਿਤੇ ਉਸਤਤ ਦੇ ਕਰਦਿਆਂ ਕਰਦਿਆਂ ਪਤਾ ਨਹੀਂ ਕਿਹੜੇ ਵੇਲੇ ਨਿੰਦਿਆ ਵਾਲੇ ਤੁਰ ਪੈਣਾ। ਸਮਝ ਨਹੀਂ ਲੱਗਣੀ ਮਨ ਦੀ, ਪਰ ਸਮਝ ਉਦੋਂ ਆਉਣੀ ਜਦੋਂ ਸਾਰਾ ਚੈਪਟਰ ਖਤਮ ਹੋ ਜਾਣਾ ਹੈ। ਫਿਰ ਕਿਸੇ ਸੇਵਾਦਾਰ ਨੇ ਪਿੱਛੇ ਦੱਸਿਆ ਵੀ, ਕਹਿਣ ਲੱਗੇ ਗੁਰੂ ਮਹਾਰਾਜ ਜੀ ਬਚਨ ਇਹ ਜਿਹੜੇ ਸੁਣੇ ਹੈਗੇ ਸੀ, ਪਰ ਵਾਕਈ ਹੁੰਦਾ ਵੀ ਇਸੇ ਤਰ੍ਹਾਂ ਹੀ ਰਿਹਾ। ਕਹਿੰਦੇ ਸਤਸੰਗ 'ਚ ਜਾਂਦੇ, ਉਹਨਾਂ ਸਤਸੰਗ ਦੀ ਸਾਨੂੰ ਚੇਤਾ ਨਹੀਂ ਸੀ ਰਹਿੰਦਾ ਘਰ ਆਉਣ ਤੱਕ ਕਿ ਸਤਸੰਗ ਕਿਹੜਾ ਆਇਆ ਅੱਜ। ਕਹਿੰਦੇ ਪਰ ਜਿੰਨੀਆਂ ਗੱਲਾਂ ਹੋਰ ਹੁੰਦੀਆਂ ਸੀ ਉਹ ਜ਼ਰੂਰ ਯਾਦ ਰਹਿੰਦੀਆਂ ਸੀ ਕਿ ਆਹ ਚੰਗਾ ਮਾੜਾ ਜੋ ਵੀ ਹੋਇਆ, ਉਹ ਸਾਰੀਆਂ ਗੱਲਾਂ ਯਾਦ ਰਹਿੰਦੀਆਂ। ਤੇ ਹੁਣ ਜਦੋਂ ਸਤਿਗੁਰਾਂ ਦੇ ਬਚਨ ਹੁਕਮ ਕਾਹਦੇ ਵਾਸਤੇ ਲਗਾਏ, ਇਸੇ ਕਰਕੇ। ਉਹਨਾਂ ਨੂੰ ਫਰਮਾਇਆ ਕਿ ਲੋਗਾ ਭਰਮ ਨਾ ਭੁੱਲੋ ਭਾਈ। ਕਹਿੰਦੇ ਇਸ ਭਰਮ ਦੇ ਵਿੱਚ ਆਪਣਾ ਟਾਈਮ ਨਾ ਕੱਢੀਏ। ਇਹ ਭਰਮ ਜਿਹੜਾ ਹੈ ਬੜੇ ਬੜਿਆਂ ਨੂੰ ਪਿਆ, ਬੜਿਆਂ ਨੂੰ ਪਿਆ, ਪਰ ਇਹ ਭਰਮ ਦੇ ਵਿੱਚ ਹੀ ਸਾਰੀ ਜ਼ਿੰਦਗੀ ਨਿਕਲ ਗਈ, ਹੱਥ ਕੁਛ ਨਹੀਂ ਆਇਆ। ਉਹਨੇ ਕਿਹਾ ਕਿ ਖਾਲਿਕ ਖਲਕ ਖਲਕ ਮੈਂ ਖਾਲਿਕ। ਜਿਸ ਤਰ੍ਹਾਂ ਉਹ ਸੇਵਾਦਾਰ ਜਿਹਨਾਂ ਦੀ ਗੱਲ ਦੱਸ ਰਿਹਾ ਸੀ, ਉਹ ਕਹਿਣ ਲੱਗੇ, ਕੋਈ ਗੱਲ ਕਰ ਰਹੇ ਸੀ, ਇੱਦਾਂ ਮੈਨੂੰ ਗੁਰੂ ਮਹਾਰਾਜ ਜੀ ਨੇ ਇੱਦਾਂ ਕੀਤਾ, ਗੁਰੂ ਮਹਾਰਾਜ ਜੀ ਨੇ ਆਹ ਹੁਕਮ ਲਾਇਆ, ਸਤਿਗੁਰੂ ਮੇਰੇ ਨਾਲ ਨਾਲ, ਸਤਿਗੁਰਾਂ ਨੇ। ਤਾਂ ਮੈਂ ਵੈਸੇ ਬੈਠੇ ਬੈਠੇ ਪੁੱਛਿਆ, ਮੈਂ ਕਿਹਾ ਕਿ ਆ ਜਿਹੜਾ ਸਾਰਾ ਤੁਸੀਂ ਨੌਕਰੀ ਜੋ ਵੀ ਆਪਣਾ ਕੰਮ ਕੀਤਾ, ਫਿਰ ਕਿਹਨੇ ਕੀਤਾ? ਮੇਰੇ ਗੁਰੂ ਨੇ ਕੀਤਾ। ਚਲੋ ਵਧੀਆ। ਮੈਂ ਕਿਹਾ ਫਿਰ ਜਿਹੜੇ ਬੱਚੇ ਅੱਗੇ ਪੜ੍ਹਾਏ ਲਿਖਾਏ, ਇਹ ਕਿੰਨੇ? ਹੁਣ ਗੱਲਾਂ ਤੇ ਸੁਣਾਉਣ ਵਾਸਤੇ ਤੇ ਸਾਨੂੰ ਚੰਗੀਆਂ ਲੱਗਦੀਆਂ ਸੁਣਨ ਵਾਸਤੇ,
पर अंदर की हुंदा है समझ नहीं। कहण लगे मेरे गुरु ने कीता सब, बच्चे भी गुरु ने विआहे, पढ़ाए भी गुरु ने, घर बार भी गुरु ने बनाया, गुरु ही मेरे सारे काम करता पिया वा, सारे काम ही मेरे गुरु करता पिया वा। तो मैं कहा कि तुहाडे काम ही गल्ला करता पिया गुरु, बाकियां दे काम कौन करता पिया? जी बाकी खलकत जिस तरह हुणे वचन आए कि अवर मुल्क किस केरा, बाकियां दे कौन करता पिया? कहते बाकियां दा भी मेरा गुरु कर रहा है। हुण इत्थों तक तो ठीक सी। उस तो पहला उन्होंने कोई गल की सी गुरमाई के दरबार बारे ही, फिर मैं उन्होंने कहा कि जे तुहाडे घर के काम गुरु कर रहा है, सारे मुल्क के काम गुरु कर रहा है, तो उस गुरु नूं तुसीं जिथे मिले, जिथे उन्होंने अपना तुहानूं सारा कुछ अपना वचन सुनाए, उस घर के काम कौन कर रहा है? वो गुरु के हुक्म तो बगैर ही चल रहे हैं। सारे मुल्क के गुरु कर रहे हैं, साडे ही गुरु कर रहा। तो मैं कहा जिथे ये साडी, मैं कहा ईर्खा जिहड़ी है, मैं कहा इस तो बाहर निकल के असीं निकलीए, ये साडी भरम जिहड़ा आ ये सानूं इहने बर्बाद कर देना है। तो ये सतगुरां ने तो बई प्यार की गल की, हमेशा ही प्यार की गल ही की, किसी नाल भी कोई नहीं। मैं कहा असीं उन्हां दे जे सिक्ख्या तो असीं भी वो प्यार प्रेम प्यार की जी गल करिए, वो सांझ पाइए, सतगुर दया किरपा करनगे, पढ़ते सारे ही जोड़े ने परे हो जाएंगे, उस सतगुरां का स्वरूप जो नज़र आएगा। और हर थां जिस तरह इन्होंने फरमाया खालक खलक खलक में खालक, कहते कि खलकत जी सारी एक जरे जरे के मौजूद है, किते भी मतलब पूर रहे हो सर्व ठाई, हर जगह पर भरपूर है। पर सानू नज़र नहीं आता। नज़र क्यों नहीं आता? सानू यो दुश्मनियां ईर्ष्या करके वो जो चीज़ां नज़र आउंदियां ने। पर जदों जिस तरह नामदेव जी कुत्ते के मगर कहते घ्यो का बाटा लैके भज पे सी, बई किस तरह हो सकता है जी गल? पर जिहड़ा उस बचन ते चलिया होएगा उन्होंने ऐसी दृष्टि मिल जाती। उन्हें की लेना दुनिया तो, जो मर्जी करती रहे दुनिया, बई जिन्ना असीं चलना है, जिन्ना क असीं चलना, सानू उन्ना की नज़र मिल जाए बस। बहुती लैके की करनी है, बहुता ज्ञान इकट्ठा करके की करना है। थोड़े दिन पहला गुरु नानक जी साहब जी का हैगा सी जन्म अवतार दिवस, तो उन्होंने गल उस दिन हो रही, उन्होंने फरमाया कि सतगुरु नानक प्रगटिया मिटी धुंध जग चानन हुआ। मिटी धुंध क्या उन्होंने? धुंध कि धुंध जी है हनेरे तो भी ज्यादा जी है वो खतरनाक है। हनेरे के लाइट जगाई है ना, हनेरे के लाइट जगाओ तो चानन हो जाता है, पर धुंध के जिन्नी लाइट जगाते हो उन्ना ही गुबार जहा होर फैल जाता है। हर जो गड्डियां धुंध अगे पैनी है, आप गड्डियां लैके जाने ना, जो जिन्नी गड्डी की तेज लाइट होंगी उन्नी अगे दीवार बनती जाती है। हुण कह मिटी धुंध जग चानन, कि धुंध उदों इस तरह ही धुंध जी गुबार जड़ा वो जिहड़ा सतगुरां ने दसिया कि ठीक है भी किस तरीके चल सकते, जां तो सतगुर दया किरपा करन, इन्नी रहमत हो जाए कि बई धुंध मिट जाए, सूरज तो चढ़िया ही चढ़िया वा, तो सब कुछ नज़र आएगा। नहीं तो कम से कम जिन्ना थोड़ा जिहा बंदा अगे तुरे, जिन्ना गुरु तोरदा पिया उन्ना अगे तुरे, अगे अगे रस्ता इनू मिलता जाएगा। जे खलो के वेखदा रहे भी हजे तक मैनू कुछ दिसिया नहीं, हजे तो मेरे अंदर नहीं कुछ पता लगा, कई बार असीं इहो जिही गल्लां करदे हां, मैनू कुछ पता लगे, मैनू कुछ दिसे, मैनू कुछ दिखाउण, फिर मैं अगे करांगा। बई दिखना अंदर किस तरह है? गुरु के बचन से चलिया ही, हुण कपड़े नूं साबण लाइए ना, पानी पाइए ना, मलीए ना, उन्होंने कहिए पहला मैल मिटे फिर मैं साबण ते यकीन कर। जो साबण लावांगे तो मैल नहीं निकलनी। जिहड़े गुरु के बचन ने उन्होंने मन्ने तो सही, मन के उहदे चले, अपने आप ही वो चीज़ होएगी, चानन जिहड़ा बाहर आ जाएगा। तो उन्होंने फरमाया कि बई हर जगह ही भरपूर है, बस उन्होंने कोलों उन्हों की दृष्टि मंगीए, उन्होंने वो जी नज़र उन्होंने को लईए, उन्होंने किरपा लईए, सब कुछ नज़र आना स्टार्ट हो जाएगा। हाँ जी। लोगा परम ना भूलो पाई, खालक खलक खलक में खालक, पूर रहे ओ सर्ब ठाई। माटी एक अनेक पांत कर, साजी साजन हारे। ना कश पोच
माटी के भांडे ना कश पोच कुंभारे ਹਾਂਜੀ सब में सच्चा एको सोई तिसका किया सब कुछ होई हुक्म पशाने सो एको जाने बंदा कहिए सोई। ਹੁਣ ਦੇਖੋ ਬੜਾ ਖੋਲ ਕੇ ਸਾਡੀ ਹੀ ਭਾਸ਼ਾ ਦੇ ਵਿੱਚ ਜਿਹੜੀ ਅਸੀਂ ਭਾਸ਼ਾ ਸਮਝਦੇ ਹਾਂ ਉਸੇ 'ਚ ਹੀ ਸਾਨੂੰ ਸਮਝਾ ਰਹੇ ਨੇ। ਪਰ ਉਹਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੇ ਸਾਜਨ ਹਾਰੇ ਨਾ ਕੁਛ ਪੋਚ ਮਾਟੀ ਕੇ ਭਾਂਡੇ ਨਾ ਕੁਛ ਪੋਚ ਕੁਮਾਰੇ। ਕਹਿੰਦੇ ਕੁਮਾਰ ਹੁੰਦਾ ਹੈ ਇੱਕੋ ਹੀ ਮਿੱਟੀ ਦੇ ਵਿੱਚੋਂ ਇੱਕੋ ਹੀ ਮਿੱਟੀ ਉਹਨੇ ਗੁੰਨੀ ਹੁੰਦੀ ਸਾਰੀ ਉਹਨੂੰ ਕੀਤਾ ਹੁੰਦਾ ਹੈ ਉਹਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੇ ਭਾਂਡੇ ਉਹ ਬਣਾ ਦਿੰਦਾ ਹੈ। ਮਿੱਟੀ ਇੱਕੋ ਹੀ ਹੈ ਸਾਰੀ ਬਣਾਉਣ ਦੇ ਵਿੱਚ ਹੀ ਹੈ ਨਾ ਕੋਈ ਉਹਨੇ ਕਿਸੇ ਨੂੰ ਲੰਬਾ ਬਣਾ ਦਿੱਤਾ ਕਿਸੇ ਨੂੰ ਛੋਟਾ ਬਣਾ ਦਿੱਤਾ ਕਿਸੇ ਨੂੰ ਕੋਈ ਹੋਰ ਤਰੀਕੇ ਦੇ ਨਾਲ ਕੋਈ ਰੰਗ ਚਿੱਟਾ ਕਰ ਦਿੱਤਾ ਕਿਸੇ ਦਾ ਕਾਲਾ ਕਰ ਦਿੱਤਾ ਜਿੰਨਾ ਜਿੰਨਾ ਉਹਨੇ ਕੀਤਾ। ਅਸੀਂ ਇਹਨਾਂ ਚੀਜ਼ਾਂ ਨੂੰ ਹੀ ਲੈ ਕੇ ਬਸ ਆਪਣਾ ਜਿਹੜਾ ਇਹ ਕਰਦੇ ਰਹਿੰਦੇ ਹਾਂ। ਅਸੀਂ ਆਮ ਖਬਰਾਂ ਪੜ੍ਹਦੇ ਰਹਿੰਦੇ ਹਾਂ ਵੀ ਫਲਾਣੇ ਮੰਦਿਰ ਦੇ ਵਿੱਚੋਂ ਉਹਨੂੰ ਫਲਾਣੇ ਜਾਣ ਤੋਂ ਰੋਕਿਆ ਗਿਆ ਫਲਾਣੇ ਜਗ੍ਹਾ ਦੇ ਉੱਤੇ ਧਾਰਮਿਕ ਜਗ੍ਹਾ ਦੇ ਉੱਤੇ ਫਲਾਣੇ ਬੰਦਿਆਂ ਨੂੰ ਆਹ ਕੀਤਾ ਗਿਆ। ਅਸੀਂ ਕੀ ਦੇਖ ਰਹੇ ਹਾਂ? ਅਸੀਂ ਬਾਹਰ ਦੀਆਂ ਸ਼ਕਲਾਂ ਦੇਖ ਰਹੇ ਹਾਂ। ਛੋਟੇ ਹੁੰਦਿਆਂ ਕਈ ਵਾਰੀ ਉਹ ਦੇਖਦੇ ਹੋ ਬਾਜ਼ਾਰਾਂ 'ਚ ਆਉਂਦੇ ਹੁੰਦੇ ਉਹ ਗੱਟੇ ਵਾਲੇ ਆਉਂਦੇ ਹੁੰਦੇ ਸੀ ਉਹਨਾਂ ਨੇ ਉਹ ਗੱਟਾ ਜਿਹਾ ਬਣਾਇਆ ਹੋਣਾ ਕਿਸੇ ਬੱਚੇ ਨੇ ਆਉਣਾ ਕਹਿਣਾ ਮੈਨੂੰ ਮੋਰ ਬਣਾ ਕੇ ਦੇ ਉਹਨੇ ਉਸੇ ਨੂੰ ਤੋੜਨਾ ਉਹਦਾ ਮੋਰ ਬਣਾ ਦੇਣਾ ਕਿਸੇ ਨੇ ਕਹਿਣਾ ਮੈਨੂੰ ਚਿੜੀ ਬਣਾ ਕੇ ਦੇ ਉਹਨੇ ਚਿੜੀ ਬਣਾ ਦੇਣੀ ਜੋ ਕਿਸੇ ਨੇ ਕਹਿਣਾ ਉਹਨੇ ਉਹ ਬਣਾ ਦੇਣਾ ਉਹ ਹੁੰਦਾ ਇੱਕੋ ਹੀ ਸੀ ਸਾਰਾ। ਇਸੇ ਤਰ੍ਹਾਂ ਹੀ ਉਹਨਾਂ ਨੇ ਫਰਮਾਇਆ ਕਿ ਬਈ ਹੈ ਤਾਂ ਇੱਕੋ ਹੀ ਪਰਮਾਤਮਾ ਨੇ ਪਹਿਲਾਂ ਹੀ ਆਇਆ ਕਿ ਅਵਲੇ ਅੱਲਾ ਨੂਰ ਪਾਇਆ ਕਿ ਪਹਿਲਾਂ ਸਭ ਤੋਂ ਪਹਿਲਾਂ ਇੱਕ ਉਹਦਾ ਹੀ ਉਸ ਅੱਲਾ ਦਾ ਨੂਰ ਉਸ ਨੂਰ ਸੀ ਹੋਰ ਕੁਛ ਵੀ ਨਹੀਂ ਸੀ ਕੋਈ ਚੀਜ਼ ਵੀ ਨਹੀਂ ਸੀ। ਇੱਕ ਜਗ੍ਹਾ ਤੇ ਬਾਣੀ ਪਹਿਲੇ ਪਾਤਸ਼ਾਹ ਦੇ ਸ਼ਾਇਦ ਵਚਨ ਨੇ ਉਹਨਾਂ ਨੇ ਉਹ 'ਚ ਦੱਸਿਆ ਹੈ ਕਿ ਕੁਛ ਵੀ ਨਹੀਂ ਸੀ ਸਾਰੇ ਬੰਨੇ ਗੁਬਾਰ ਹੀ ਗੁਬਾਰ ਸੀ ਕੋਈ ਪਾਣੀ ਨਹੀਂ ਸੀ ਕੋਈ ਪ੍ਰਿਥਵੀ ਨਹੀਂ ਸੀ ਕੋਈ ਸੂਰਜ ਚੰਦਰਮਾ ਤਾਰੇ ਨਹੀਂ ਸੀ ਸਭ ਕੁਛ ਵੀ ਨਹੀਂ ਸੀ ਹੈਗਾ। ਬਟ ਬੜਾ ਉਸ ਵਚਨ ਦੇ ਵਿੱਚ ਖੋਲ ਕੇ ਸਾਰਾ ਸਮਝਾਇਆ ਕਿ ਕੁਛ ਵੀ ਨਹੀਂ ਸੀ ਨਾ ਤਾਰੇ ਸੀ ਨਾ ਕੋਈ ਅਸਮਾਨ ਸੀ ਕੁਛ ਵੀ ਨਹੀਂ ਸੀ ਪਰ ਸਾਰੇ ਬੰਨੇ ਗੁਬਾਰ ਹੀ ਗੁਬਾਰ ਸੀ ਇੱਕ ਦਰਿਆ ਤੇ ਉਹਦੇ ਵਿੱਚ ਉਹਨੇ ਕਿਹਾ ਨਾ ਜਿਸ ਤਰ੍ਹਾਂ ਕਿ ਉਹਨੇ ਆਪਣੇ ਪ੍ਰਕਾਸ਼ ਨਾਲ ਹੀ ਇਹ ਸਭ ਕੁਛ ਬਣਾਇਆ ਆਪਣੇ ਕਹਿੰਦੇ ਅੱਲਾ ਨੂਰ ਪਾ ਸਭ ਤੋਂ ਪਹਿਲਾਂ ਉਹਦਾ ਨੂਰ ਹੀ ਸੀ ਸਿਰਫ ਉਸ ਤੋਂ ਬਾਅਦ ਉਹਦੀ ਮੌਜ ਆਈ ਉਹਨੇ ਜੋ ਵੀ ਉਹਨੇ ਚਾਹਿਆ ਉਹਨੇ ਬਣਾ ਦਿੱਤਾ। ਹੁਣ ਅਸੀਂ ਉਹਨਾਂ ਦੇ ਵਿੱਚ ਉਹਨੂੰ ਜਦੋਂ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਇੱਕ ਉਂਗਲ ਕਿਸੇ ਵੱਲ ਕਰੋ ਤੇ 3 ਉਂਗਲ ਆਪਣੇ ਵੱਲ ਆਉਂਦੀਆਂ ਨੇ ਆਪਣੇ ਵੱਲ ਦੇਖਣ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਤੈਨੂੰ ਫਰਮਾਇਆ ਕਿ ਨਾ ਕੁਛ ਪੋਚ ਮਾਟੀ ਕੇ ਭਾਂਡੇ ਨਾ ਕੁਛ ਪੋਚ ਕੁਮਾਰੇ ਕਹਿੰਦੇ ਕਿ ਨਾ ਤੇ ਇਹ ਕੋਈ ਮਿੱਟੀ ਦੇ ਵਿੱਚ ਕੋਈ ਉਹ 'ਚ ਭਾਂਡੇ ਦੇ ਵਿੱਚ ਕੋਈ ਦੋਸ਼ ਨਾ ਮਿੱਟੀ 'ਚ ਤੇ ਨਾ ਹੀ ਉਹ ਘੁਮਿਆਰ ਦੇ ਵਿੱਚ ਹੀ ਕੋਈ ਦੋਸ਼ ਹੈ। ਉਹਦੀ ਮੌਜ ਸੀ ਜਿਹੜੀ ਉਹ ਚੀਜ਼ਾਂ ਚੰਗੀਆਂ ਲੱਗੀਆਂ ਉਹਨੇ ਬਣਾ ਦਿੱਤੀਆਂ ਨੇ। ਅੱਗੇ ਫਰਮਾਇਆ ਕਿ ਸਭ ਮੇ ਸੱਚਾ ਇੱਕੋ ਸੋਈ ਤਿਸਕਾ ਕੀਆ ਸਭ ਕੁਛ ਹੋਈ। ਕਹਿੰਦੇ ਉਹ ਜਿਹੜਾ ਜੋ ਸੱਚ ਆ ਜੋ ਇੱਕ ਆ ਉਹ ਸਭ ਦੇ ਅੰਦਰ ਹੀ ਹੈ। ਉਹ ਕੋਈ ਵੀ ਐਸਾ ਕੋਈ ਜਿਸਮ ਐਸਾ ਨਹੀਂ ਹੈ ਜਿਹਦੇ ਵਿੱਚ ਉਹ ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਨਹੀਂ ਹੈਗਾ। ਸਤਿਗੁਰਾਂ ਨੇ ਫਰਮਾਉਣਾ ਕਿ ਵੀ ਉਹ ਜਿਹੜਾ ਨੂਰ ਕਹਿ ਲਈਏ ਪ੍ਰਕਾਸ਼ ਕਹਿ ਲਈਏ ਧੁਨ ਕਹਿ ਲਈਏ ਉਹ ਚੋਰਾਂ ਦੇ ਅੰਦਰ ਵੀ ਉਹ ਡਾਕੂਆਂ ਦੇ ਅੰਦਰ ਵੀ ਉਹ ਸਾਧੂਆਂ ਸੰਤਾਂ ਦੇ ਅੰਦਰ ਵੀ ਹੈ ਸਭ ਦੇ ਅੰਦਰ ਹੀ ਹੈ। ਤਾਂ ਕਿ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ। ਹੁਣ ਦੇਖੋ ਹੁਣ ਬੰਦੇ ਦੀ ਗੱਲ ਆ ਗਈ ਹੈ। ਹੁਣ ਉਹਨਾਂ ਨੇ ਸਾਰਿਆਂ ਨੂੰ ਇਹ ਕਹਿ ਦਿੱਤਾ ਕਿ ਬੰਦਾ ਕੌਣ ਹੈ। ਕਈ ਵਾਰੀ ਇਸ ਮੈਂ ਦੱਸਿਆ ਕਿ ਸਿਆਣੇ ਬੰਦੇ ਕਹਿ ਦਿੰਦੇ ਨੇ ਕਿਸੇ ਵੇਲੇ ਕੋਈ ਬੱਚਾ ਕੋਈ ਗਲਤੀ ਕਰ ਰਿਹਾ ਹੋਵੇ ਨਾ ਭਾਵੇਂ ਉਹਨੂੰ ਕਹਿੰਦੇ ਬੰਦਾ ਬਣ ਜਾ ਬੰਦਾ ਹੁੰਦਾ ਤੇ ਬੰਦਾ ਹੀ ਆ ਉਹ ਪਹਿਲਾਂ ਵੇਖਣ ਨੂੰ ਸਾਡੇ ਅੱਖਾਂ ਦੇ ਹਿਸਾਬ ਨਾਲ ਸਾਡੀ ਨਜ਼ਰ ਦੇ ਹਿਸਾਬ ਨਾਲ ਪਰ ਫਿਰ ਵੀ ਉਹ ਕਹਿੰਦੇ ਬੰਦਾ ਬਣ ਜਾ। ਹੁਣ ਇਸੇ ਤਰ੍ਹਾਂ ਸਤਿਗੁਰੂ ਵੀ ਅੱਜ ਥੋੜ੍ਹਾ ਜਿਹਾ ਕਰ ਰਹੇ ਨੇ ਫਰਮਾਉਂਦੇ ਨੇ ਕਿ ਹੁਕਮ ਪਛਾਣੇ ਸੋ ਇੱਕੋ ਜਾਣੇ ਕਹਿੰਦਾ ਕਿ ਜਿਹੜੇ ਉਸ ਹੁਕਮ ਨੂੰ ਪਛਾਣ ਜਾਏਗਾ। ਅੱਜ ਵੀ ਅਸੀਂ ਹੁਣ ਜਿਹੜੀ ਗੱਲ ਕੀਤੀ ਉਹਨੇ ਕਹਿੰਦੇ ਧੰਨ ਧੰਨ ਸਤਿਗੁਰੂ ਹੁਕਮ ਪ੍ਰਤਾਪ। ਸਤਿਗੁਰਾਂ ਨੇ ਪਹਿਲੇ ਸਰੂਪ ਦੇ ਵਿੱਚ ਜਦੋਂ ਫਰਮਾਇਆ ਜੋ ਆਪਣੇ ਸਤਿਗੁਰਾਂ ਦੀ ਸ਼ੋਭਾ ਇਹਨੂੰ ਕਹਿਣਾ ਕਿ ਬਈ ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈਗਾ ਮੈਂ ਤਾਂ ਗਰੀਬ ਜੋ ਵੀ ਹੋ ਰਿਹਾ ਹੈ ਉਹਦੇ ਹੁਕਮ ਨਾਲ ਹੋ ਰਿਹਾ ਹੈ ਉਹਦਾ ਹੀ ਸਾਰਾ ਪ੍ਰਤਾਪ ਹੈ।
ਬਈ ਸਭ ਕੁਛ ਹੀ ਉਹਨਾਂ ਦੇ ਹੁਕਮ ਦੇ ਵਿੱਚ ਹੀ, ਹੁਕਮ ਦੇ ਪ੍ਰਤਾਪ ਨਾਲ ਹੀ ਸਭ ਕੁਝ। ਬਸ ਕੌਣ ਕੋਈ ਕਰ ਸਕਦਾ ਹੈ ਕਿਸੇ ਤਰ੍ਹਾਂ? ਕੁਛ ਨਹੀਂ, ਕੁਝ ਹਿੱਲ ਉਹਨਾਂ ਦੀ ਮੌਜ ਤੋਂ ਬਗੈਰ ਜੇ ਕਹਿੰਦੇ ਪਤਾ ਨਹੀਂ ਹਿੱਲਦਾ ਤਾਂ ਬਈ ਕਿਸ ਤਰ੍ਹਾਂ ਕੁਛ ਹੋ ਸਕਦਾ ਹੈ। ਪਰ ਇਹ ਹੈ ਕਿ ਜਿਸ ਤਰ੍ਹਾਂ ਪਹਿਲਾਂ ਕਿਹਾ, ਜਾਣਨ ਦੀ ਕੋਸ਼ਿਸ਼ ਕਰੀ, ਹਰ ਇੱਕ ਚੀਜ਼ ਨੂੰ ਸੋਚੀਏ ਕਰੀਏ, ਸਮਝ ਲੱਗ ਜਾਂਦੀ ਹੈ ਉਸ ਚੀਜ਼ ਦੀ। ਤੈਨੂੰ ਫਰਮਾਇਆ ਕਿ ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ। ਜਿਹੜਾ ਹੁਕਮ ਉਸ ਹੁਕਮ ਦੇ ਵਿੱਚ ਆ ਜਾਂਦਾ ਹੈ, ਉਹਨੂੰ ਨਜ਼ਰ ਮਿਲ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸਭ ਇੱਕ ਹੀ ਪ੍ਰਮਾਤਮਾ ਦੇ ਬੱਚੇ ਨੇ, ਇੱਕ ਹੀ ਜਗ੍ਹਾ 'ਤੇ ਅਸੀਂ ਜਾਣਾ ਹੈ, ਇੱਕੋ ਹੀ ਰਸਤਾ, ਜਿਹੜਾ ਰਸਤੇ ਅਲੱਗ ਅਲੱਗ ਹੋ ਸਕਦੇ ਨੇ, ਮੰਜ਼ਿਲ ਸਭ ਦੀ ਇੱਕ ਹੀ ਹੈ। ਤੈਨੂੰ ਫਰਮਾਇਆ ਕਿ ਉਹ ਹੀ ਗੁਰੂ ਦਾ ਸਿੱਖ ਹੈ, ਜਿਹੜਾ ਬੰਦਗੀ ਕਰਦਾ ਹੈ ਉਹੀ ਬੰਦਾ ਹੈ, ਜਿਹੜਾ ਨਹੀਂ ਕਰਦਾ ਤੇ ਉਹਨਾਂ ਸਗਰਾਂ ਨੇ ਬਚਨ ਜਿਸ ਤਰ੍ਹਾਂ ਫਰਮਾਇਆ ਕਿ ਬਈ ਫਿਰ ਤੇ ਕੁਛ ਵੀ ਨਹੀਂ ਹੋਇਆ। ਫਿਰ ਅਸੀਂ ਆਪਣੇ ਆਪ ਨੂੰ ਇਹ ਨਾ ਕਹੀਏ ਅਸੀਂ ਮਨੁੱਖ ਝੋਲਾ ਲਿਆ, ਵੀ ਸਾਰੇ ਜੋ ਇਨਸਾਨ ਕੰਮ ਕਰਦਾ ਉਹੀ ਜਾਨਵਰ ਕਰਦੇ ਨੇ, ਪਸ਼ੂ ਪੰਛੀ ਵੀ ਤਾਂ ਉਹੀ ਕਰਦੇ ਨੇ, ਉਹਨਾਂ ਦੇ ਵੀ ਬੱਚੇ ਹੁੰਦੇ ਨੇ, ਉਹ ਵੀ ਮੋਹ ਕਰਦੇ ਨੇ, ਉਹ ਵੀ ਖਾਣਾ ਖਾਂਦੇ ਨੇ ਸਾਡੇ ਵਾਂਗੂ, ਉਹ ਵੀ ਸੌਂਦੇ ਨੇ, ਉਹ ਵੀ ਜਾਗਦੇ ਨੇ, ਉਹਨਾਂ ਨੂੰ ਵੀ ਠੰਡ ਲੱਗਦੀ ਹੈ, ਗਰਮੀ ਲੱਗਦੀ ਹੈ, ਸਭ ਕੁਛ ਉੱਦਾਂ ਹੀ ਹੁੰਦਾ। ਅਸੀਂ ਵੱਖਰੇ ਤਾਂ ਹੀ ਹਾਂ ਜੇ ਅਸੀਂ ਕੋਈ ਵੱਖਰਾ ਕੰਮ ਜਿਹੜਾ ਸਾਡੀ ਡਿਊਟੀ ਲੱਗੀ ਉਹ ਕਰੀਏ ਤੇ। ਹਾਂਜੀ ਅੱਗੇ। ਅੱਲੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹੇ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਰਾਧਾ ਸਵਾਮੀ ਜੀ, ਰਾਧਾ ਸਵਾਮੀ। ਹੁਣ ਬੰਦੇ ਕਿ ਅੱਲਾ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਹੁਣ ਕਹਿੰਦੇ ਸਤਿਗੁਰਾਂ ਨੇ ਦਇਆ ਕਿਰਪਾ ਕੀਤੀ, ਉਹ ਇੰਨਾ ਬਾਹਰਲੀਆਂ ਅੱਖਾਂ ਦੇ ਨਾਲ ਉਹ ਦਿਸਦਾ ਤਾਂ ਨਹੀਂ ਹੈਗਾ, ਉਹ ਨਹੀਂ ਪਤਾ ਲੱਗਦਾ। ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਉਹਦਾ ਪਤਾ ਲੱਗਦਾ ਹੈ, ਉੱਥੋਂ ਤੱਕ ਕੋਈ ਪਹੁੰਚ ਹੁੰਦੀ ਹੈ। ਪਰ ਹੁਣ ਜੇ ਕੋਈ ਕਵੇ ਕਿ ਜੇ ਕਿਸੇ ਨੇ ਕੋਈ ਉਹਨੂੰ ਬਿਆਨ ਕਰ ਸਕੇ ਤਾਂ ਉਹਨਾਂ ਨੇ ਕਿਹਾ ਕਿ ਲਫ਼ਜ਼ਾਂ ਦੇ ਵਿੱਚ ਇੰਨਾ ਜ਼ੋਰ ਨਹੀਂ ਹੈ। ਕਿਸੇ ਵੀ ਚੀਜ਼ ਦਾ ਕੋਈ ਬੰਦਾ ਘੁੰਮ ਕੇ ਆਇਆ ਕਿਤੇ, ਚਲੋ ਕੋਈ ਜੰਮੂ ਕਸ਼ਮੀਰ ਘੁੰਮ ਕੇ ਆਇਆ, ਜਾਂ ਉਹਨਾਂ ਨੇ ਜਿਸ ਤਰ੍ਹਾਂ ਮਿਸਾਲ ਹੀ ਦਿੱਤੀ ਹੈ ਕਿ ਗੁੜ ਦੀ ਦਿੱਤੀ ਹੈ, ਗੁੜ ਗੁੜ ਦੀਨਾ ਮਿੱਠਾ, ਤੇ ਕਈ ਜਗ੍ਹਾ ਤੇ ਉਹਨਾਂ ਨੇ ਸੰਤਾਂ ਨੇ ਫਰਮਾਇਆ ਕਿ ਬਈ ਇਹ ਤੇ ਗੁੰਗੇ ਦਾ ਗੁੜ ਹੈ। ਹੁਣ ਜਿਹਨੇ ਉਹ ਖਾ ਲਿਆ, ਹੁਣ ਉਹਦਾ ਦੱਸੇ ਕਿੱਦਾਂ, ਸਵਾਦ ਕਿੱਦਾਂ ਦੱਸੇ। ਹੁਣ ਜੇ ਅਸੀਂ ਕੋਈ ਦੱਸ ਵੀ ਦੇਵੇ ਕੋਈ ਮਿੱਠਾ, ਉਹ ਮੈਂ ਉਹ ਫਲਾਣੀ ਚੀਜ਼ ਖਾਧੀ ਬੜੀ ਮਿੱਠੀ ਹੈ। ਹੁਣ ਅਸੀਂ ਜਿਸ ਤਰ੍ਹਾਂ ਖਾਂਦੇ ਹਾਂ, ਹੁਣ ਖਰਬੂਜਾ ਵੀ ਮਿੱਠਾ ਹੈ, ਦਵਾਣਾ ਵੀ ਮਿੱਠਾ ਹੈ, ਰਸਗੁੱਲਾ ਵੀ ਮਿੱਠਾ ਹੈ, ਰਸ ਮਲਾਈ ਵੀ ਮਿੱਠੀ ਹੈ, ਪਰ ਤੁਸੀਂ ਸਵਾਦ ਇੱਕੋ ਹੀ ਸਭ ਦਾ ਹੈ, ਤੇ ਮਿੱਠਾ ਹੀ ਹੈ ਨਾ। ਪਰ ਕਿਸ ਤਰੀਕੇ ਨਾਲ, ਕਿਹੜੇ ਲਫ਼ਜ਼ ਨੇ ਸਾਡੇ ਕੋਲ ਜਿਹਦੇ ਨਾਲ ਅਸੀਂ ਸਮਝਾਵਾਂਗੇ? ਕੋਈ ਲਫ਼ਜ਼ ਨਹੀਂ ਹੈਗੇ, ਲਫ਼ਜ਼ਾਂ 'ਚ ਇੰਨਾ ਜ਼ੋਰ ਹੀ ਨਹੀਂ ਹੈਗਾ। ਜਿਹੜਾ ਉੱਥੋਂ ਤੱਕ ਪਹੁੰਚਿਆ ਬਸ ਚੁੱਪ ਹੋ ਗਿਆ ਬਸ, ਕਿਉਂਕਿ ਉਸ ਤੋਂ ਅੱਗੇ ਕੋਈ ਗੱਲ ਰਹੀ ਨਹੀਂ, ਕੋਈ ਵੀ ਬੋਲਣ ਵਾਲੀ ਕੋਈ ਗੱਲ ਹੀ ਨਹੀਂ ਰਹਿੰਦੀ, ਜ਼ੁਬਾਨ ਜਿਹੜੀ ਬੰਦ ਹੋ ਜਾਂਦੀ। ਇਸੇ ਤਰ੍ਹਾਂ ਉਹਨੇ ਫਰਮਾਇਆ ਕਿ ਬਈ ਉਹ ਸਤਿਗੁਰਾਂ ਨੇ ਜੋ ਦਇਆ ਕੀਤੀ, ਕਿਰਪਾ ਕੀਤੀ, ਉਹਨੂੰ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਕੋਈ ਵੀ ਐਸੇ ਲਫ਼ਜ਼ ਨਹੀਂ ਹੈ ਕਿ ਉਹਨੂੰ ਉਹਨਾਂ ਦੇ ਵਿੱਚ ਕੋਈ ਪੂਰਾ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਆਹ ਚੀਜ਼ ਹੈ। ਅਸੀਂ ਆਪਣੇ ਗੁਰੂ ਦੀ ਉਸਤਤ ਹੀ ਕਰਦੇ ਹਾਂ, ਚਲੋ ਮੰਨ ਲਵੋ ਆਪਾਂ ਇਹੋ ਕਹਿ ਲਈਏ, ਜਿਸ ਸਤਿਗੁਰਾਂ ਦੇ ਅਸੀਂ ਦਰਬਾਰ 'ਚ ਬੈਠੇ ਹਾਂ, ਜਿਨ੍ਹਾਂ ਉਹਨਾਂ ਦੇ ਦਰਸ਼ਨ ਕੀਤੇ, ਨਜ਼ਦੀਕੀ ਲਈ ਜਿੰਨੀ ਵੀ ਕਿਸੇ ਤੇ ਦਇਆ ਹੋਈ, ਕਿਹੜੇ ਲਫ਼ਜ਼ਾਂ 'ਚ ਅਸੀਂ ਬਿਆਨ ਕਰਾਂਗੇ? ਲਫ਼ਜ਼ ਨੂੰ ਹੀ ਹੈ ਨਾ ਵੱਡਾ ਕਰ ਲਵਾਂਗੇ, ਕਈ ਬੜੀ ਦਇਆ ਕੀਤੀ, ਜਾਂ ਕਹਾਂਗੇ ਬੜੀ ਦਇਆ ਕੀਤੀ, ਬਸ ਗੱਲ ਤੇ ਉਹੀ ਹੈ ਵਿੱਚ। ਕਿਹੜਾ ਲਫ਼ਜ਼ ਹੋਰ ਸਾਡੇ ਕੋਲ ਐਸਾ ਹੈਗਾ ਕਿ ਜਿਹੜਾ ਸਾਨੂੰ ਪੂਰਾ ਨਾਪ ਤੋਲ ਦਈਏ ਕਿ ਇੰਨੀ ਦਇਆ ਕੀਤੀ ਉਹਨਾਂ ਨੇ? ਕੋਈ ਨਹੀਂ ਸਾਡੇ ਕੋਲ ਹੈਗਾ। ਇਸੇ ਤਰ੍ਹਾਂ ਹੀ ਜਦੋਂ ਸਤਿਗੁਰ ਦਇਆ ਕਿਰਪਾ ਦੇ ਨਾਲ ਜਦੋਂ ਉਹ ਕੋਈ ਉਹ ਜੀਵ ਉਹਨਾਂ ਦੇ ਦਰਸ਼ਨ ਕਰਦਾ ਹੈ, ਬਈ ਉਹ ਉਹਨਾਂ ਦੀ ਉਹ ਰਹਿਮਤ ਪਾਉਂਦਾ ਹੈ, ਤੇ ਕਈ ਵਾਰ ਅਸੀਂ ਕਹਿ ਦਿੰਦੇ ਦੱਸ ਮੇਰੇ ਕੋਲ, ਤੇਰੇ ਕੋਲ ਕੀ ਹੈਗਾ? ਇੱਕ ਦੂਜੇ ਨੂੰ ਕਹਿ ਦਿੰਦੇ ਹਾਂ, ਕੀ ਲਿਆ ਤੂੰ ਉੱਥੋਂ? ਬਈ ਕਿਸੇ ਨੂੰ ਕੋਈ ਲਫ਼ਜ਼ ਨਹੀਂ ਹੈਗੇ ਕਿਸੇ ਕੋਲ ਵੀ ਉਹ ਦੱਸਣ ਜੋਗੇ। ਕੀ ਕਰਨਾ ਵੀ ਕੀ ਹੈ? ਹਾਂ, ਸਤਿਗੁਰ ਦਇਆ ਕਿਰਪਾ ਕਰਨ, ਆਪਣਾ ਭੁੱਖ ਖਤਮ ਹੋ ਜਾਏ, ਆਪਣੀਆਂ ਜਿਹੜੀ ਤ੍ਰਿਸ਼ਨਾ ਖਤਮ ਹੋ ਜਾਏ, ਆਪਣੇ ਆਪ ਨੂੰ ਪਤਾ ਚੱਲ ਜਾਏ ਦੁਨੀਆ ਨੂੰ ਤਾਂ ਕੋਈ ਦਿਖਾ ਹੀ ਨਹੀਂ ਸਕਿਆ। ਇੰਨੇ ਸੰਤ ਮਹਾਤਮਾ ਆਏ, ਉਹ ਨਹੀਂ ਦੁਨੀਆ ਨੂੰ ਜਗਾ ਸਕੇ, ਅਸੀਂ ਕਿੱਥੋਂ ਜਗਾ ਲੈਣਾ ਹੈ? ਕਿ ਨਾ ਇੰਨਾ ਕੋਈ ਲੋੜ ਹੀ ਹੈ ਕੋਈ ਲੋੜ ਲੈਣ ਦੀ। ਠੀਕ ਹੈ, ਸਤਿਗੁਰ ਦਇਆ ਕਿਰਪਾ ਕਰਨ, ਸਾਨੂੰ ਉਹ ਅੱਖ ਬਖਸ਼ਣ ਕਿ ਸਾਨੂੰ ਉਹ ਹਰ ਜਗ੍ਹਾ ਨਜ਼ਰ ਆਵੇ, ਸਾਡੀ ਜਿਹੜੀ ਗਰੀਬੀ ਦੂਰ ਹੋਵੇ, ਸਾਡੀ ਭੁੱਖ ਖਤਮ, ਤ੍ਰਿਸ਼ਨਾ ਖਤਮ ਹੋਵੇ, ਅਸੀਂ ਚੈਨ ਨਾਲ ਰਹਿ ਲਈਏ। ਸਾਡੇ ਵਾਸਤੇ ਕਹਿੰਦੇ ਨਾ ਕਿ ਬਈ ਆਪ ਮੋਏ ਜਗ ਭਰ ਲਓ, ਜਦੋਂ ਆਪ ਬੰਦਾ ਅੰਨਾ ਹੋਵੇ ਤਾਂ ਉਹਦੇ ਵਾਸਤੇ ਸਾਰੀ ਦੁਨੀਆ ਅੰਨੀ ਹੈ। ਸਾਨੂੰ ਅੱਖ ਮਿਲ ਗਈ, ਸਾਡੇ ਵਾਸਤੇ ਸਾਰੇ ਤਰ ਗਏ।
ਇਸ ਕਰਕੇ ਉਹਨਾਂ ਫਰਮਾਇਆ ਕਿ ਕਹੇ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਟਾ। ਕਹਿੰਦੇ ਮੇਰੀ ਸ਼ੰਕਾ ਜਿਹੜੀ ਦੂਰ ਹੋ ਗਈ, ਮੇਰੇ ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਏ, ਮੈਨੂੰ ਉਹ ਅੱਖ ਬਖਸ਼ ਦਿੱਤੀ ਏ ਕਿ ਮੈਨੂੰ ਸਭ ਥਾਂ ਹੀ ਉਹ ਨਿਰੰਜਨ ਜਿਹੜਾ ਸਭ ਨੂੰ ਚਲਾਉਣ ਵਾਲਾ ਜਿਹੜਾ ਆ ਉਹ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਵਰ ਮੈਨੂੰ ਹਰ ਜਗ੍ਹਾ ਹੀ ਦਿਸਦਾ ਪਿਆ। ਮੇਰੀ ਸ਼ੰਕਾ ਨਿਕਲ ਗਈ ਏ। ਮੈਂ ਇਸ ਕਰਕੇ ਜੋ ਵੀ ਆਪਣਾ ਹੈਗਾ ਸੀ ਉਹਨੂੰ ਬਿਆਨ ਜਿਸ ਤਰ੍ਹਾਂ ਵੀ ਆ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਸਤਿਗੁਰ ਦਇਆ ਕਿਰਪਾ ਕਰਨ। ਅਸੀਂ ਹਮੇਸ਼ਾ ਹੀ ਇੱਕੋ ਗੱਲ ਕਰਦੇ ਰਹਿੰਦੇ ਹਾਂ ਕਿ ਬਈ ਸਤਿਗੁਰਾਂ ਦੀ ਦਇਆ ਦੀ ਬਹੁਤ ਲੋੜ ਹੈ। ਉਹਨਾਂ ਦੀ ਕਿਰਪਾ ਤੋਂ ਬਗੈਰ, ਦਇਆ ਤੋਂ ਬਗੈਰ ਨਹੀਂ ਕੁਛ ਹੁੰਦਾ। ਕਿਉਂਕਿ ਉਹਨਾਂ ਜਦੋਂ ਤੱਕ ਕੋਈ ਅੱਖ ਵਾਲਾ ਹੱਥ ਨਾ ਫੜੇ, ਬਾਂਹ ਨਾ ਫੜੇ, ਤੇ ਅੰਨਾ ਭਾਵੇਂ ਜਿੰਨਾ ਚਿਰ ਮਰਜ਼ੀ ਘੁੰਮਦਾ ਰਹੇ, ਕਰਦਾ ਰਹੇ, ਉਹ ਅੱਖ ਵਾਲੇ ਨੂੰ ਫੜ ਨਹੀਂ ਸਕਦਾ। ਅਸੀਂ ਅੱਖਾਂ ਰੱਖਦੇ ਹੋਏ ਵੀ ਅਸੀਂ ਅੰਧੇ ਹਾਂ, ਕਿਉਂਕਿ ਕਈ ਤਰ੍ਹਾਂ ਦੀਆਂ ਮੈਲਾਂ ਸਾਡੇ ਉਹਨਾਂ ਦੇ ਪਰਦਿਆਂ ਦੇ ਉੱਤੇ। ਅੱਖਾਂ ਦੇ ਅੱਗੇ ਮਾੜਾ ਜਿਹਾ ਕੋਈ ਭਾਫ ਹੀ ਆ ਜਾਵੇ, ਕੋਈ ਕਿਸ ਤਰ੍ਹਾਂ ਜਾਲਾ ਆ ਜਾਵੇ ਤੇ ਦੇਖਣਾ ਧੁੰਦਲਾ ਦੇਖਣਾ ਸ਼ੁਰੂ ਹੋ ਜਾਂਦਾ ਹੈ। ਇੱਥੇ ਤੇ ਪਤਾ ਨਹੀਂ ਕਿੰਨੇ ਕੁ ਜਾਲੇ ਕਦੋਂ ਦੇ ਲੱਗਦੇ ਪਏ ਨੇ ਇਹ ਜਿਹੜੀਆਂ ਬੁੱਧੀਆਂ ਵਾਲੇ। ਤੇ ਸਤਿਗੁਰੂ ਦੀ ਦਇਆ ਕਿਰਪਾ ਕਰਨ, ਹੱਥ ਫੜ ਕੇ ਬਾਹਰ ਕੱਢ ਲੈਣ ਤੇ ਬਈ ਇਹ ਸੌਖਾ ਰਸਤਾ ਸਭ ਤੋਂ। ਆਪ ਚੱਲ ਕੇ ਤੇ ਪਤਾ ਹੀ ਨਹੀਂ ਕਿੱਥੇ ਕਿੱਥੇ ਕਿਹੜੀ ਠੋਕਰ, ਕਿੱਥੇ ਕੀ ਚੀਜ਼ ਬਣਨੀ ਹੈ। ਇਸ ਕਰਕੇ ਹਰ ਇੱਕ ਹੀ ਧਰਮ ਦੇ ਵਿੱਚ, ਹਰ ਇੱਕ ਮਤ ਦੇ ਵਿੱਚ ਬੇਨਤੀ, ਅਰਦਾਸ, ਰਿਕੁਐਸਟ ਜਿਹੜੀ ਆ ਉਹਦਾ ਬੜਾ ਮਹੱਤਵ ਹੈ। ਸਤਿਗੁਰਾਂ ਨੇ ਵੀ ਸਾਨੂੰ ਹੁਕਮ ਲਾਇਆ, ਜਿਹੜਾ ਹੁਣੇ ਅਸੀਂ ਸਤਸੰਗ ਤੋਂ ਪਹਿਲਾਂ ਮੰਗਲਾਚਾਰ ਪੜ੍ਹੀ, ਹੁਣ ਬੇਨਤੀ ਕਰਨੀ ਹੈ। ਬਸ ਉਸ ਬੇਨਤੀ ਦੀ ਸਮਝ ਲੱਗ ਜਾਵੇ, ਦਿਲੋਂ ਹਿਰਦੇ ਦੇ ਨਾਲ ਉਹ ਬੇਨਤੀ ਹੋਵੇ, ਜੋ ਲਫ਼ਜ਼ ਅਸੀਂ ਬੋਲਦੇ ਹਾਂ ਉਹ ਸਾਡੀ ਅੰਦਰ ਦੀ ਆਵਾਜ਼ ਬਣ ਜਾਵੇ। ਜੇ ਸਾਡੇ ਅੰਦਰ ਦੀ ਆਵਾਜ਼, ਕਿਉਂਕਿ ਕਈ ਵਾਰ ਦੱਸਿਆ ਇਹ ਸੰਤਾਂ ਮਹਾਤਮਾ ਦੇ ਵਚਨ ਨੇ, ਇਹ ਸਾਡੇ ਤੇ ਅਸੀਂ ਤੇ ਨਹੀਂ ਇਹਨੂੰ ਲਿਖਿਆ ਹੈਗਾ, ਇਹ ਸੰਤਾਂ ਮਹਾਤਮਾ ਦੇ ਵਚਨ ਨੇ। ਉਹਨਾਂ ਦੀ ਅਵਸਥਾ ਸੀ ਐਸੀ, ਉਹਨਾਂ ਦੇ ਹਿਰਦੇ ਦੇ ਜਿਹੜੇ ਸੀ ਅੰਦਰੋਂ, ਜਿਹੜੇ ਜਿਸ ਤਰ੍ਹਾਂ ਕਹਿੰਦੇ ਆ ਕਿ ਉਸ ਪਿਆਰ 'ਚ ਭਿੱਜੇ ਸ਼ਬਦ ਸੀ। ਅਸੀਂ ਉੱਪਰੋਂ ਉੱਪਰੋਂ ਬੋਲਦੇ ਹਾਂ, ਅਜੇ ਉਹ ਚੀਜ਼ ਨਹੀਂ ਬਣਦੀ। ਪਰ ਸਤਿਗੁਰ ਦਇਆ ਕਿਰਪਾ ਕਰਨ, ਕਿਉਂਕਿ ਉਹਨਾਂ ਦੀ ਦਇਆ ਕਿਰਪਾ ਤੋਂ ਪਹਿਲਾਂ ਹੀ ਕਿਹਾ ਕਿ ਉਸ ਬਹੁਤ ਲੋੜ ਹੈ। ਅਸੀਂ ਬੇਨਤੀ ਜਿਸ ਤਰ੍ਹਾਂ ਜਿਨ੍ਹਾਂ ਦੇ ਵਚਨ ਨੇ, ਉਹਨਾਂ ਨੇ ਆਪਣੇ ਸਤਿਗੁਰਾਂ ਦੇ ਅੱਗੇ ਜਿੱਦਾਂ ਬੇਨਤੀ ਕੀਤੀ, ਉਸੇ ਲਫ਼ਜ਼ ਤੇ ਭਾਵੇਂ ਉਹਨਾਂ ਦੇ ਹੀ ਆ, ਪਰ ਉਸੇ ਭਾਵਨਾ ਦੇ ਨਾਲ ਅਸੀਂ ਜੇ ਕਰਾਂਗੇ ਤੇ ਬਈ ਸਾਡੀ ਬੇਨਤੀ ਵੀ ਉਹਨਾਂ ਦੇ ਚਰਨਾਂ 'ਚ ਮਨਜ਼ੂਰ ਹੋਏਗੀ। ਸਤਿਗੁਰ ਦਇਆ ਕਿਰਪਾ ਕਰਨ, ਸਭ ਨੂੰ ਆਪਣਾ ਭਾਵ ਭਰੋਸਾ ਪਿਆਰ ਬਖਸ਼ਣ, ਤਾਂ ਜੋ ਅਸੀਂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲ ਕੇ ਉਹ ਜਿਹੜੀ ਅੱਖ ਜਿਹੜੀ ਉਹ ਦ੍ਰਿਸ਼ਟੀ ਜਿਹੜੀ ਆ ਪ੍ਰਾਪਤ ਕਰ ਸਕੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।